ਹੈਲੋ ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਪੋਲਿਟੀ ਦੇ ਦੋ ਟੌਪਿਕ ਕਰ ਚੁੱਕੇ ਹਾਂ। ਪਹਿਲਾ ਲੋਕਤੰਤਰ ਦਾ ਅਰਥ ਅਤੇ ਮਹੱਤਵ, ਦੂਸਰਾ ਸੰਵਿਧਾਨ ਅਧੀਨ ਨਾਗਰਿਕਾਂ ਦੇ ਮੌਲਿਕ ਅਧਿਕਾਰ। ਇਹ ਦੋ ਟੌਪਿਕ ਆਪਾਂ ਕੰਪਲੀਟ ਕਰ ਚੁੱਕੇ ਹਾਂ। ਅੱਜ ਥਰਡ ਟੌਪਿਕ ਕਰਾਂਗੇ, ਜਿਸ ਦਾ ਨਾਮ ਹੈ ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ, ਸੈਲੀਐਂਟ ਫੀਚਰ ਆਫ ਇੰਡੀਅਨ ਕੌਂਸਟੀਟਿਊਸ਼ਨ। ਠੀਕ ਹੈ, ਇਸ ਦੇ ਬਾਰੇ ਆਪਾਂ ਦੇਖਾਂਗੇ। ਉਸ ਤੋਂ ਪਹਿਲਾਂ ਆਪਾਂ ਦੇਖ ਲਈਏ ਕਿ ਸੰਵਿਧਾਨ ਕੀ ਚੀਜ਼ ਹੁੰਦੀ ਹੈ। ਸਭ ਤੋਂ ਪਹਿਲਾਂ ਇੱਕ ਵਾਰੀ ਆਪਾਂ ਦੇਖ ਲਈਏ ਕਿ ਸੰਵਿਧਾਨ ਕੀ ਹੈ, ਕੌਂਸਟੀਟਿਊਸ਼ਨ ਕੀ ਹੈ। ਕੌਂਸਟੀਟਿਊਸ਼ਨ ਕੀ ਹੈ? ਇੱਕ ਮੌਲਿਕ ਕਾਨੂੰਨੀ ਦਸਤਾਵੇਜ਼ ਹੈ। ਕੀ ਹੈ? ਇੱਕ ਮੌਲਿਕ ਕਾਨੂੰਨੀ ਦਸਤਾਵੇਜ਼। ਮੌਲਿਕ ਕਾਨੂੰਨੀ ਦਸਤਾਵੇਜ਼ ਹੈ ਜਿਸ ਦੇ ਅਕੋਰਡਿੰਗ ਕੀ ਹੈ, ਦੇਸ਼ ਦੀ ਸਰਕਾਰ ਦਾ ਸੰਚਾਲਨ ਹੁੰਦਾ ਹੈ। ਜਿਸ ਦੇ ਅਕੋਰਡਿੰਗ ਕੀ ਹੈ, ਦੇਸ਼ ਦੀ ਸਰਕਾਰ ਕੰਮਕਾਜ ਕਰਦੀ ਹੈ। ਦੇਸ਼ ਦੀ ਸਰਕਾਰ ਕੰਮਕਾਜ ਕਰਦੀ ਹੈ। ਠੀਕ ਹੈ, ਇਹ ਕੀ ਹੈ? ਸੰਵਿਧਾਨ ਹੈ। ਠੀਕ ਹੈ, ਦੇਸ਼ ਦਾ ਇਹ ਮੂਲ ਕਾਨੂੰਨ ਹੈ। ਦੇਸ਼ ਦਾ ਕੀ ਹੈ? ਮੂਲ ਕਾਨੂੰਨ ਹੈ। ਇਹ ਮੌਲਿਕ ਕਾਨੂੰਨ ਹੈ। ਠੀਕ ਹੈ, ਮੌਲਿਕ ਕਾਨੂੰਨ ਹੈ ਜਿਸ ਦੇ ਵਿੱਚ ਸਰਕਾਰ ਦੇ ਅੰਗਾਂ ਦਾ ਸੰਗਠਨ। ਸਰਕਾਰ ਦੇ ਕਿਹੜੇ ਕਿਹੜੇ ਅੰਗ ਆ? ਕਾਰਜਪਾਲਿਕਾ, ਨਿਆਂਪਾਲਿਕਾ, ਵਿਧਾਨਪਾਲਿਕਾ ਅਤੇ ਉਹਨਾਂ ਦੇ ਕੰਮ। ਕਿ ਇਹ ਕਾਰਜਪਾਲਿਕਾ ਕੀ ਕੰਮ ਕਰੇਗੀ, ਨਿਆਂਪਾਲਿਕਾ ਕੀ ਕੰਮ ਕਰੇਗੀ, ਵਿਧਾਨਪਾਲਿਕਾ ਕੀ ਕੰਮ ਕਰੇਗੀ। ਨਾਲ ਹੀ ਇਹਨਾਂ ਦੇ ਆਪਸੀ ਸੰਬੰਧ, ਜੋ ਵੀ ਸਰਕਾਰ ਦੇ ਅੰਗ ਨੇ, ਇਹਨਾਂ ਦੇ ਆਪਸ ਵਿੱਚ ਕੀ ਸੰਬੰਧ ਨੇ। ਇਸ ਤੋਂ ਇਲਾਵਾ ਫੰਡਾਮੈਂਟਲ ਰਾਈਟ ਕੀ ਨੇ, ਜੋ ਆਪਾਂ ਪਿਛਲੇ ਚੈਪਟਰ ਦੇ ਵਿੱਚ ਪੜ੍ਹ ਚੁੱਕੇ ਹਾਂ। ਉਹਨਾਂ ਦੇ ਬਾਰੇ ਕੀ ਹੈ, ਸੰਵਿਧਾਨ ਤੋਂ ਹੀ ਪਤਾ ਲੱਗਦਾ ਹੈ ਆਪਾਂ ਨੂੰ। ਸੰਵਿਧਾਨ ਕੀ ਹੈ? ਦੂਜੇ ਕਾਨੂੰਨਾਂ ਤੋਂ ਸ੍ਰੇਸ਼ਟ ਹੈ। ਸੰਵਿਧਾਨ ਕੀ ਹੈ? ਸਰਵਉੱਤਮ ਕਾਨੂੰਨ ਹੈ। ਸਰਵਉੱਤਮ ਕਾਨੂੰਨ ਹੈ ਮਤਲਬ ਕੋਈ ਵੀ ਕਾਨੂੰਨ ਜੇਕਰ ਦੇਸ਼ ਦੇ ਵਿੱਚ ਕੋਈ ਕਾਰਜਪਾਲਿਕਾ ਜਾਂ ਵਿਧਾਨਪਾਲਿਕਾ ਬਣਾਉਂਦੀ ਹੈ ਤਾਂ ਉਹ ਕਾਨੂੰਨ ਨੂੰ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਹੀ ਬਣਾਇਆ ਜਾ ਸਕਦਾ ਹੈ। ਇਸ ਲਈ ਕੀ ਹੈ, ਸੰਵਿਧਾਨ ਜੋ ਹੈ ਸਰਵਉੱਚ ਕਾਨੂੰਨ ਹੈ। ਅਜਿਹਾ ਕਾਨੂੰਨ ਜੋ ਸੰਵਿਧਾਨ ਦੀ ਉਲੰਘਣਾ ਕਰਦਾ ਹੋਏਗਾ ਉਸ ਨੂੰ ਨਿਆਂਪਾਲਿਕਾ ਕੀ ਕਰੇਗੀ? ਰੱਦ ਕਰ ਦੇਗੀ। ਠੀਕ ਹੈ, ਸੋ ਹੁਣ ਆਪਾਂ ਗੱਲ ਕਰਦੇ ਹਾਂ ਦੇਸ਼ ਦੀ ਸਰਕਾਰ ਦੇ ਕੰਮ। ਸਰਕਾਰ ਦੇ ਕੰਮ ਕੀ ਕੰਮ ਨੇ? ਦੇਸ਼ ਦੀ ਸਰਕਾਰ ਕੀ ਕਰਦੀ ਹੈ? ਸਮਾਜ ਵਿੱਚ ਸ਼ਾਂਤੀ ਅਤੇ ਕਾਨੂੰਨ ਬਣਾ ਕੇ ਰੱਖਦੀ ਹੈ। ਸ਼ਾਂਤੀ ਅਤੇ ਕਾਨੂੰਨ ਦੀ ਸਥਾਪਨਾ ਕਰਦੀ ਹੈ। ਠੀਕ ਹੈ, ਇਹ ਸਰਕਾਰ ਦਾ ਮੁੱਖ ਕੰਮ ਹੈ। ਇਸ ਕਾਰਜ ਨੂੰ ਕਰਨ ਲਈ ਕੀ ਕਰਦੀ ਹੈ? ਉਹ ਕਾਨੂੰਨ ਬਣਾਉਂਦੀ ਹੈ। ਲੋਕ ਨੂੰ ਕੀ ਹੈ? ਬਣਾਉਂਦੀ ਹੈ। ਠੀਕ ਹੈ, ਕਾਨੂੰਨ ਬਣਾਉਂਦੀ ਹੈ ਅਤੇ ਵਿਵਸਥਾ ਦੀ ਸਥਾਪਨਾ ਕਰਦੀ ਹੈ। ਪਰੰਤੂ ਕੀ ਹੁੰਦਾ ਹੈ ਕਿ ਸਰਕਾਰ ਆਪਣੀ ਮਰਜ਼ੀ ਦੇ ਨਾਲ ਕੋਈ ਵੀ ਲਾਅ ਨਹੀਂ ਬਣਾਉਂਦੀ। ਸਰਕਾਰ ਕਿਸ ਦਾਇਰੇ ਦੇ ਵਿੱਚ ਰਹਿ ਕੇ ਕਾਨੂੰਨ ਬਣਾਉਂਦੀ ਹੈ? ਕੌਂਸਟੀਟਿਊਸ਼ਨ ਦੇ ਦਾਇਰੇ ਦੇ ਵਿੱਚ ਰਹਿ ਕੇ। ਠੀਕ ਹੈ, ਕੋਈ ਵੀ ਕਾਨੂੰਨ ਸਰਕਾਰ ਆਪਣੀ ਮਨਮਰਜ਼ੀ ਨਾਲ ਨਹੀਂ ਬਣਾ ਸਕਦੀ। ਦੇਸ਼ ਦੀ ਸਰਕਾਰ ਨੂੰ ਕੀ ਕਰਨਾ ਹੁੰਦਾ ਹੈ? ਮੌਲਿਕ ਕਾਨੂੰਨ ਜੋ ਆਪਣਾ ਕੌਂਸਟੀਟਿਊਸ਼ਨ ਹੈ ਉਹਦੇ ਤਹਿਤ ਹੀ ਲਾਅ ਬਣਾਉਣੇ ਪੈਂਦੇ ਆ। ਠੀਕ ਹੈ, ਇਸ ਪ੍ਰਕਾਰ ਕੀ ਹੋ ਜਾਂਦਾ ਹੈ ਕਿ ਸੰਵਿਧਾਨ ਜੋ ਹੈ, ਜੋ ਆਪਣਾ ਕੌਂਸਟੀਟਿਊਸ਼ਨ ਹੈ, ਉਹ ਕੀ ਹੁੰਦਾ ਹੈ ਕਿ ਅਜਿਹੇ ਨਿਯਮਾਂ ਦਾ ਮੂਲ ਸਰੋਤ ਹੈ ਜਿਸ ਦੇ ਅਕੋਰਡਿੰਗ ਕੋਈ ਵੀ ਗੌਰਮੈਂਟ ਜੋ ਹੈ ਲਾਅ ਬਣਾਉਂਦੀ ਹੈ। ਠੀਕ ਹੈ, ਇਹ ਦੁਰਵਰਤੋਂ ਜੋ ਹੁੰਦੀ ਹੈ ਕਾਨੂੰਨਾਂ ਦੀ, ਉਸ 'ਤੇ ਕੌਂਸਟੀਟਿਊਸ਼ਨ ਕੀ ਕਰਦਾ? ਰੋਕ ਲਗਾ ਦਿੰਦਾ ਹੈ। ਠੀਕ ਹੈ, ਇਸ ਤੋਂ ਇਲਾਵਾ ਜੋ ਕੌਂਸਟੀਟਿਊਸ਼ਨ ਹੈ, ਜੋ ਸੰਵਿਧਾਨ ਹੈ, ਉਹ ਕੀ ਕਰਦਾ ਹੈ? ਸਰਕਾਰ ਦੇ ਜੋ ਅੰਗ ਨੇ, ਜਿਵੇਂ ਕਾਰਜਪਾਲਿਕਾ ਹੈ, ਨਿਆਂਪਾਲਿਕਾ ਹੈ, ਵਿਧਾਨਪਾਲਿਕਾ ਹੈ, ਉਹਨਾਂ ਦੇ ਉੱਪਰ ਕੀ ਹੈ? ਆਪਸੀ ਸੰਬੰਧਾਂ ਨੂੰ ਤੈਅ ਕਰਦੀ ਹੈ ਅਤੇ ਨਾਲ ਹੀ ਇੱਕ ਰੋਕ ਲਗਾਉਂਦੀ ਹੈ ਸਰਕਾਰ ਦੇ ਉੱਪਰ ਕਿ ਕਿਸੇ ਵੀ ਨਾਗਰਿਕ ਦੇ ਫੰਡਾਮੈਂਟਲ ਰਾਈਟ ਨੂੰ ਵੋਇਲੇਟ ਨਾ ਕੀਤਾ ਜਾਏ। ਠੀਕ ਹੈ, ਇਸ ਲਈ ਸਰਕਾਰ ਕਿਹਦੇ ਅਕੋਰਡਿੰਗ ਚੱਲਦੀ ਹੈ? ਸੰਵਿਧਾਨ ਦੇ ਅਕੋਰਡਿੰਗ। ਠੀਕ ਹੈ, ਸੋ ਆਪਣਾ ਸੰਵਿਧਾਨ ਕਦੋਂ ਲਾਗੂ ਹੋਇਆ? ਕਦੋਂ ਲਾਗੂ ਹੋਇਆ? 26 ਜਨਵਰੀ 1950 ਨੂੰ। ਕਦੋਂ ਲਾਗੂ ਹੋਇਆ? 26 ਜਨਵਰੀ 1950 ਨੂੰ। ਠੀਕ ਹੈ, ਔਰ ਇਹ ਕਦੋਂ ਸੰਵਿਧਾਨ ਸਭਾ ਦੁਆਰਾ ਸੰਵਿਧਾਨ ਨੂੰ ਪਾਸ ਕੀਤਾ ਗਿਆ ਸੀ? ਪਾਸ ਕਦੋਂ ਕੀਤਾ ਗਿਆ ਸੀ ਸੰਵਿਧਾਨ ਨੂੰ? ਜਦੋਂ ਸੰਵਿਧਾਨ ਬਣ ਕੇ ਤਿਆਰ ਹੋ ਗਿਆ ਸੀ 26 ਨਵੰਬਰ 1949 ਨੂੰ। ਠੀਕ ਹੈ, 26 ਨਵੰਬਰ 1949 ਨੂੰ। ਇਹ ਸੰਵਿਧਾਨ ਦੀ ਪ੍ਰੀਐਂਬਲ ਦੇ ਵਿੱਚ ਲਿਖਿਆ ਹੋਇਆ ਹੈ। ਜੋ ਸੰਵਿਧਾਨ ਦੀ ਪ੍ਰੀਐਂਬਲ, ਜਿਸ ਨੂੰ ਪ੍ਰਸਤਾਵਨਾ ਕਹਿੰਦੇ ਆ, ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਜੋ ਸੰਵਿਧਾਨ ਸਭਾ ਦੇ ਮੈਂਬਰ ਸੀ ਉਹਨਾਂ ਨੇ 26 ਨਵੰਬਰ 1949 ਨੂੰ ਸੰਵਿਧਾਨ ਨੂੰ ਅੰਗੀਕ੍ਰਿਤ, ਅਧਿਨਿਯਮਤ ਅਤੇ ਆਤਮ ਸਮਰਪਣ ਕਰਦੇ ਹਾਂ।
ਠੀਕ ਹੈ। ਵੀ ਜਦੋਂ ਪੂਰੀ ਪ੍ਰਸਤਾਵਨਾ ਲਿਖ ਕੇ ਐਂਡ ਦੇ ਵਿੱਚ ਉਹਨਾਂ ਨੇ ਇਹ ਲਾਈਨ ਲਿਖੀ ਕਿ ਅਸੀਂ ਦ੍ਰਿੜ ਸੰਕਲਪ ਹੋ ਕੇ ਆਪਣੀ ਇਸ ਸੰਵਿਧਾਨ ਸਭਾ ਵਿੱਚ 26 ਨਵੰਬਰ 1949 ਨੂੰ ਇਸ ਦੁਆਰਾ ਇਸ ਸੰਵਿਧਾਨ ਨੂੰ ਅੰਗੀਕ੍ਰਿਤ, ਅਧਿਨਿਯਮਿਤ ਅਤੇ ਆਤਮ ਸਮਰਪਣ ਕਰਦੇ ਹਾਂ। ਮਤਲਬ ਸੰਵਿਧਾਨ ਬਣ ਕੇ ਕਦੋਂ ਤਿਆਰ ਹੋ ਗਿਆ ਸੀ? 26 ਨਵੰਬਰ 1949 ਨੂੰ। ਲੇਕਿਨ ਲਾਗੂ ਕਦੋਂ ਹੋਇਆ? 26 ਜਨਵਰੀ 1950 ਨੂੰ। ਠੀਕ ਹੈ। 26 ਜਨਵਰੀ ਦਾ ਇੱਕ ਖਾਸ ਮਹੱਤਵ ਹੈ। ਇਸੇ ਦਿਨ ਹੀ ਸਵਰਾਜ ਦਾ ਮਤਾ ਪਾਸ ਹੋਇਆ ਸੀ ਜਦੋਂ ਰਾਸ਼ਟਰੀ ਅੰਦੋਲਨ ਚੱਲ ਰਹੇ ਸੀ। ਠੀਕ ਹੈ। ਇਸ ਲਈ 26 ਜਨਵਰੀ 1950 ਨੂੰ ਕੀ ਹੈ, ਇਸ ਨੂੰ ਲਾਗੂ ਕੀਤਾ ਗਿਆ। ਸੋ ਹੁਣ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਸੰਵਿਧਾਨ ਕਿੱਥੋਂ ਸ਼ੁਰੂ ਹੁੰਦਾ ਹੈ? ਪ੍ਰੀਐਂਬਲ ਤੋਂ ਸ਼ੁਰੂ ਹੁੰਦਾ ਹੈ। ਸੋ ਪ੍ਰੀਐਂਬਲ ਦੇ ਬਾਰੇ ਆਪਾਂ ਥੋੜ੍ਹਾ ਜਿਹਾ ਪੜ੍ਹ ਲਈਏ ਕਿ ਪ੍ਰੀਐਂਬਲ ਮਤਲਬ ਪ੍ਰਸਤਾਵਨਾ ਕੀ ਹੈ। ਪ੍ਰਸਤਾਵਨਾ ਨੂੰ ਤੁਸੀਂ ਗੂਗਲ 'ਤੇ ਸਰਚ ਕਰ ਸਕਦੇ ਹੋ। ਪ੍ਰਸਤਾਵਨਾ ਦੇ ਵਿੱਚ ਨੂੰ ਪੂਰਾ ਡਿਟੇਲ ਦੇ ਵਿੱਚ ਲਿਖ ਕੇ ਕੋਈ ਕੁਐਸਚਨ ਨਹੀਂ ਆਏਗਾ। ਸੋ ਪ੍ਰਸਤਾਵਨਾ ਦੇ ਵਿੱਚ ਆਪਾਂ ਇਹ ਤਾਂ ਵੇਖਾਂਗੇ ਕਿ ਸੰਵਿਧਾਨ ਬਣਨਾ ਕਦੋਂ ਸ਼ੁਰੂ ਹੋਇਆ ਸੀ। ਸੰਵਿਧਾਨ ਸਭਾ ਦੀ ਸਭ ਤੋਂ ਪਹਿਲੀ ਬੈਠਕ ਹੋਈ ਸੀ 9 ਦਸੰਬਰ 1946 ਦੇ ਵਿੱਚ। ਠੀਕ ਹੈ। 9 ਦਸੰਬਰ 1946 ਨੂੰ ਇਸ ਦੀ ਪਹਿਲੀ ਬੈਠਕ ਹੋਈ ਔਰ 26 ਨਵੰਬਰ 1949 ਨੂੰ ਕੀ ਹੈ, ਸੰਵਿਧਾਨ ਬਣ ਕੇ ਤਿਆਰ ਹੋ ਗਿਆ ਸੀ। ਔਰ 26 ਜਨਵਰੀ 1950 ਨੂੰ ਕੀ ਹੈ, ਇਹ ਲਾਗੂ ਹੋਇਆ ਸੀ ਪੂਰੇ ਦੇਸ਼ ਦੇ ਉੱਪਰ। ਠੀਕ ਹੈ। ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਭਾਰਤੀ ਸ਼ਾਸਨ ਪ੍ਰਣਾਲੀ ਦੇ ਜੋ ਮੂਲ ਸਿਧਾਂਤ ਨੇ, ਜੋ ਬੇਸਿਕ ਪ੍ਰਿੰਸੀਪਲ ਨੇ, ਉਹਨਾਂ ਨੂੰ ਲਿਖਿਆ ਗਿਆ, ਬੁਨਿਆਦੀ ਉਦੇਸ਼ਾਂ ਨੂੰ ਲਿਖਿਆ ਗਿਆ। ਕਿਉਂਕਿ ਕਿਸੇ ਵੀ ਦੇਸ਼ ਦੀ ਸੰਵਿਧਾਨ ਦੀ ਜੋ ਪ੍ਰੀਐਂਬਲ ਹੁੰਦੀ ਹੈ ਉਹ ਇੱਕ ਤਰ੍ਹਾਂ ਦਾ ਸੰਵਿਧਾਨ ਦਾ ਸਾਰ ਹੁੰਦੀ ਹੈ, ਇੱਕ ਤਰ੍ਹਾਂ ਦਾ ਸੰਵਿਧਾਨ ਦਾ ਪਰਿਚੈ ਪੱਤਰ ਹੁੰਦੀ ਹੈ। ਠੀਕ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਸੰਵਿਧਾਨ ਦੇ ਵਿੱਚ ਕੀ ਕੀ ਲਿਖਿਆ ਹੋਇਆ ਹੈ। ਸੋ ਆਪਣੀ ਸੰਵਿਧਾਨ ਦੀ ਪ੍ਰਸਤਾਵਨਾ ਦੇ ਵਿੱਚ ਕੁਝ ਮੁੱਖ ਸ਼ਬਦ ਆਏ ਹੋਏ ਆ, ਜਿਨ੍ਹਾਂ ਦੇ ਵਿੱਚ ਹੈ ਪ੍ਰਭੂ ਸੱਤਾ ਸੰਪੰਨ, ਸਮਾਜਵਾਦੀ, ਧਰਮ ਨਿਰਪੱਖਤਾ, ਲੋਕਤੰਤਰੀ ਗਣਰਾਜ, ਸਮਾਜਿਕ ਨਿਆਂ, ਸੁਤੰਤਰਤਾ, ਭਾਈਚਾਰਾ। ਇਹ ਕੀ ਆ? ਮੁੱਖ ਸ਼ਬਦ ਨੇ ਜੋ ਪ੍ਰੀਐਂਬਲ ਦੇ ਵਿੱਚ ਆਏ ਹੋਏ ਆ। ਠੀਕ ਹੈ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ ਪ੍ਰੀਐਂਬਲ ਦੇ ਵਿੱਚ ਜੋ ਜੋ ਮੇਨ ਸ਼ਬਦ ਆਏ ਹੋਏ ਆ ਉਹਨਾਂ ਦਾ ਮੀਨਿੰਗ ਕੀ ਹੈ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਪ੍ਰਭੂ ਸੱਤਾ ਸੰਪੰਨ। ਇਹ ਕੀ ਚੀਜ਼ ਹੁੰਦੀ ਹੈ? ਪ੍ਰਭੂ ਸੱਤਾ ਸੰਪੰਨ ਤੋਂ ਕੀ ਮਤਲਬ ਹੈ? ਇਸ ਦਾ ਮਤਲਬ ਹੈ ਸੰਪੂਰਨ ਤੌਰ 'ਤੇ ਸੁਤੰਤਰ ਰਾਜ, ਭਾਵ ਕਿ ਅੰਦਰੂਨੀ ਮਾਮਲੇ ਅਤੇ ਬਾਹਰੀ ਮਾਮਲੇ ਦੇ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਹੋਣਾ। ਠੀਕ ਹੈ। ਜਦੋਂ ਦੇਸ਼ 15 ਅਗਸਤ 1947 ਨੂੰ ਆਜ਼ਾਦ ਹੋਇਆ ਤਾਂ ਉਦੋਂ ਡੋਮੀਨੀਅਨ ਸਟੇਟ ਸੀ। ਠੀਕ ਹੈ। ਜਦੋਂ ਸੰਵਿਧਾਨ ਲਾਗੂ ਹੋ ਗਿਆ ਸੀ 1950 ਨੂੰ, ਤਾਂ ਭਾਰਤ ਨੂੰ ਕੀ ਕੀਤਾ? ਸੰਪੂਰਨ ਤੌਰ 'ਤੇ ਪ੍ਰਭੂ ਸੱਤਾ ਸੰਪੰਨ ਜੋ ਹੈ ਦੇਸ਼ ਘੋਸ਼ਿਤ ਕੀਤਾ ਗਿਆ, ਤਾਂ ਕਿ ਉਹ ਆਪਣੇ ਅੰਦਰੂਨੀ ਮਾਮਲੇ ਅਤੇ ਬਾਹਰੀ ਮਤਲਬ ਵਿਦੇਸ਼ੀ ਮਾਮਲੇ ਨੂੰ ਖੁਦ ਨਜਿੱਠ ਸਕੇ। ਠੀਕ ਹੈ। ਇਸ ਨੂੰ ਹੀ ਕਹਿੰਦੇ ਆ ਪ੍ਰਭੂ ਸੱਤਾ ਸੰਪੰਨ। ਦੂਸਰਾ ਜੋ ਸ਼ਬਦ ਹੈ ਉਹ ਹੈ ਸਮਾਜਵਾਦੀ। ਦੂਸਰਾ ਸ਼ਬਦ ਕੀ ਹੈ? ਸਮਾਜਵਾਦੀ। ਸਮਾਜਵਾਦੀ ਸ਼ਬਦ ਦਾ ਮਤਲਬ ਕੀ ਹੈ ਕਿ ਭਾਰਤ ਦੇ ਵਿੱਚ ਜੋ ਵੀ ਨਾਗਰਿਕ ਰਹਿ ਰਹੇ ਆ ਉਹਨਾਂ ਨੂੰ ਆਪਣਾ ਵਿਕਾਸ ਕਰਨ ਦੇ ਲਈ ਇਕੁਅਲ ਅਵਸਰ ਮਿਲਣ। ਇਕੁਅਲ ਕੀ ਹੈ? ਓਪਰਚੁਨਿਟੀ ਮਿਲੇ ਔਰ ਗਰੀਬ ਅਤੇ ਅਮੀਰ ਦੇ ਵਿੱਚ ਜ਼ਿਆਦਾ ਡਿਫਰੈਂਸ ਨਾ ਹੋਏ, ਕਿਸੇ ਦਾ ਸ਼ੋਸ਼ਣ ਨਾ ਹੋਏ, ਹਰੇਕ ਨਾਗਰਿਕ ਨੂੰ ਬਿਨਾਂ ਕਿਸੇ ਭੇਦਭਾਵ ਦੇ ਸਮਾਜਿਕ ਆਰਥਿਕ ਨਿਆਂ ਮਿਲੇ। ਇਹ ਕੀ ਚੀਜ਼ ਨੂੰ ਪ੍ਰਗਟ ਕਰਦਾ ਹੈ? ਸਮਾਜਵਾਦੀ ਨੂੰ। ਠੀਕ ਹੈ। ਇਸ ਤੋਂ ਬਾਅਦ ਤੀਸਰਾ ਸ਼ਬਦ ਆਉਂਦਾ ਧਰਮ ਨਿਰਪੱਖਤਾ। ਤੀਸਰਾ ਸ਼ਬਦ ਕੀ ਆਉਂਦਾ ਹੈ? ਧਰਮ ਨਿਰਪੱਖਤਾ। ਧਰਮ ਨਿਰਪੱਖਤਾ ਦਾ ਮਤਲਬ ਕੀ ਹੈ ਕਿ ਜੋ ਭਾਰਤ ਦੀ ਸਟੇਟ ਹੈ, ਮਤਲਬ ਭਾਰਤ ਰਾਜ ਹੈ, ਉਹ ਕਿਸੇ ਵਿਸ਼ੇਸ਼ ਧਰਮ ਨੂੰ ਮਤਲਬ ਹੈ ਉਹਦਾ ਵਿਸ਼ੇਸ਼ ਧਰਮ ਦਾ ਸਮਰਥਨ ਨਹੀਂ ਕਰੇਗਾ। ਸਾਰੇ ਧਰਮਾਂ ਨੂੰ ਬਰਾਬਰ ਲੈ ਕੇ ਚੱਲੇਗਾ, ਕਿਸੇ ਧਰਮ ਦਾ ਵਿਰੋਧ ਨਹੀਂ ਕੀਤਾ ਜਾਵੇਗਾ। ਧਾਰਮਿਕ ਸਹਿਣਸ਼ੀਲਤਾ, ਟੋਲਰੈਂਸ ਨੂੰ ਅਪਣਾ ਕੇ ਜੋ ਹੈ ਦੇਸ਼ ਚੱਲੇਗਾ। ਲੇਕਿਨ ਅਗਰ ਆਪਣੇ ਪੜੋਸੀ ਦੇਸ਼ਾਂ ਦੇ ਵਿੱਚ ਦੇਖਿਆ ਜਾਵੇ, ਜਿਵੇਂ ਪਾਕਿਸਤਾਨ ਹੈ ਔਰ ਬੰਗਲਾਦੇਸ਼ ਹੈ, ਇਹ ਧਰਮ ਨਿਰਪੱਖ ਦੇਸ਼ ਨਹੀਂ ਹੈ। ਇਹਨਾਂ ਨੇ ਆਪਣੇ ਰਾਜ ਦਾ ਇਸਲਾਮਿਕ ਧਰਮ ਜੋ ਹੈ ਘੋਸ਼ਿਤ ਕੀਤਾ ਹੋਇਆ, ਲੇਕਿਨ ਭਾਰਤ ਨੇ ਕੋਈ ਵੀ ਧਰਮ ਘੋਸ਼ਿਤ ਨਹੀਂ ਕੀਤਾ ਕਿ ਇਹ ਸਟੇਟ ਦਾ ਧਰਮ ਹੈ। ਠੀਕ ਹੈ। ਸੋ ਭਾਰਤ ਨੇ ਧਰਮ ਨਿਰਪੱਖਤਾ ਦੀ ਨੀਤੀ ਨੂੰ ਅਪਣਾਇਆ। ਸਾਰੇ ਧਰਮਾਂ ਨੂੰ ਬਰਾਬਰ ਸਮਾਨਤਾ ਮਿਲੀ ਹੋਈ ਹੈ। ਆਰਟੀਕਲ
25 ਤੋਂ 28 ਜੋ ਆਪਾਂ ਪੜ੍ਹੇ ਆ ਧਾਰਮਿਕ ਸੁਤੰਤਰਤਾ ਵਾਲੇ ਅਧਿਕਾਰ, ਉਹ ਇਸ ਨੂੰ ਪ੍ਰੂਵ ਕਰਦੇ ਆ ਕਿ ਭਾਰਤ ਜੋ ਹੈ ਧਰਮ ਨਿਰਪੱਖ ਦੇਸ਼ ਹੈ। ਠੀਕ ਹੈ, ਕੋਈ ਵੀ ਵਿਅਕਤੀ ਕੋਈ ਵੀ ਧਰਮ ਨੂੰ ਅਪਣਾ ਸਕਦਾ ਹੈ, ਉਸ ਦੀ ਉਪਾਸਨਾ ਕਰ ਸਕਦਾ ਹੈ। ਠੀਕ ਹੈ, ਉਸ ਦਾ ਪ੍ਰਚਾਰ ਪ੍ਰਸਾਰ ਕਰ ਸਕਦਾ ਹੈ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੋ ਚੌਥਾ ਸ਼ਬਦ ਹੈ ਲੋਕਤੰਤਰੀ। ਲੋਕਤੰਤਰੀ ਦਾ ਕੀ ਮਤਲਬ ਹੈ? ਲੋਕਤੰਤਰੀ ਦਾ ਮਤਲਬ ਹੈ ਕਿ ਭਾਰਤ ਵਿੱਚ ਜੋ ਸ਼ਾਸਨ ਦੀ ਸਰਵਉੱਚ ਸ਼ਕਤੀ ਹੈ ਉਹ ਕਿਸੇ ਖਾਸ ਵਰਗ ਦੇ ਹੱਥ ਵਿੱਚ ਨਹੀਂ ਹੈ। ਜੋ ਸ਼ਾਸਨ ਕਰੇਗਾ ਉਹ ਕੌਣ ਕਰਨਗੇ? ਲੋਕ ਕਰਨਗੇ। ਸ਼ਾਸਨ ਕੌਣ ਕਰੇਗਾ? ਲੋਕ ਕਰਨਗੇ। ਠੀਕ ਹੈ, ਲੋਕ ਕੀ ਕਰਦੇ ਆ ਭਾਰਤ ਦੇ ਵਿੱਚ? ਆਪਣੇ ਪ੍ਰਤੀਨਿਧੀ ਚੁਣਦੇ ਆ। ਪ੍ਰਤੀਨਿਧੀ ਕੌਣ ਨੇ? MP ਔਰ MLA। ਇਹ ਕੀ ਕਰਦੇ ਆ? ਲੋ ਬਣਾਉਂਦੇ ਆ। ਠੀਕ ਹੈ, ਲੋਕਤੰਤਰੀ ਦੇ ਵਿੱਚ ਕੀ ਹੁੰਦਾ ਹੈ ਕਿ ਪ੍ਰਤੀਨਿਧੀ ਸਰਕਾਰ ਹੁੰਦੀ ਹੈ, ਉਹ ਪ੍ਰਤੀਨਿਧੀ ਕਿਹਦੇ ਪ੍ਰਤੀ ਉੱਤਰਦਾਈ ਹੁੰਦੇ ਆ, ਕਿਹਦੇ ਪ੍ਰਤੀ ਜ਼ਿੰਮੇਵਾਰ ਹੁੰਦੇ ਆ? ਲੋਕਾਂ ਦੇ ਪ੍ਰਤੀ। ਠੀਕ ਹੈ, ਜੋ ਵੀ ਕਾਨੂੰਨ ਬਣਾਉਂਦੇ ਆ ਉਹ ਲੋਕਾਂ ਦੇ ਪ੍ਰਤੀ ਜ਼ਿੰਮੇਵਾਰ ਆ, ਕਿਉਂਕਿ ਲੋਕ ਉਹਨਾਂ ਨੂੰ ਕੀ ਕਰਦੇ ਆ? ਵੋਟ ਦਿੰਦੇ ਆ। ਲੋਕ ਉਹਨਾਂ ਨੂੰ ਵੋਟ ਦਿੰਦੇ ਆ ਤਾਂ ਹੀ ਉਹ ਅੱਗੇ ਜਾ ਕੇ ਚੁਣੇ ਜਾਂਦੇ ਆ ਨਾ, MP ਔਰ MLA ਬਣਦੇ ਆ। ਠੀਕ ਹੈ, ਦੂਜੇ ਸ਼ਬਦਾਂ ਵਿੱਚ ਕੀ ਕਹਿ ਸਕਦੇ ਹਾਂ ਆਪਾਂ, ਛੋਟ ਜੇ ਸੰਖੇਪ ਵਿੱਚ ਕਹਿਣਾ ਹੋਵੇ, ਸਰਕਾਰ ਆਪਣੇ ਕਾਰਜਾਂ ਅਤੇ ਨੀਤੀਆਂ ਲਈ ਕਿਹਦੇ ਪ੍ਰਤੀ ਜ਼ਿੰਮੇਵਾਰ ਹੈ? ਲੋਕਾਂ ਪ੍ਰਤੀ। ਠੀਕ ਹੈ, ਜੋ ਵੀ ਦੇਸ਼ ਦੇ ਸਿਟੀਜ਼ਨ ਨੇ ਉਹਨਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਇਹ ਲੋਕਤੰਤਰੀ ਸੁਤੰਤਰਤਾਵਾਂ ਪ੍ਰਦਾਨ ਕੀਤੀਆਂ ਗਈਆਂ ਨੇ ਕਿ ਕੋਈ ਵੀ ਆਦਮੀ MP, ਕੋਈ ਵੀ ਆਦਮੀ MLA ਬਣ ਸਕਦਾ। ਜੋ ਵੀ ਸੰਸਦ ਨੇ ਯੋਗਤਾਵਾਂ ਤੈਅ ਕੀਤੀਆਂ ਨੇ ਕੋਈ ਵੀ ਮੈਂਬਰ ਬਣਨ ਦੀਆਂ, ਏਜ ਰੱਖੀ ਹੋਈ ਆ, ਉਹ ਆਪਾਂ ਪੜ੍ਹਾਂਗੇ ਸੈਂਟਰ ਗਵਰਨਮੈਂਟ ਔਰ ਸਟੇਟ ਗਵਰਨਮੈਂਟ ਦੇ ਵਿੱਚ ਕਿ MLA ਬਣਨ ਲਈ ਕੀ ਯੋਗਤਾ ਹੋਣੀ ਚਾਹੀਦੀ ਹੈ ਔਰ MP ਬਣਨ ਲਈ ਕੀ ਯੋਗਤਾ ਹੋਣੀ ਚਾਹੀਦੀ ਹੈ। ਠੀਕ ਹੈ, ਇਸ ਤੋਂ ਬਾਅਦ ਆਉਂਦਾ ਹੈ ਗਣਰਾਜ। ਗਣਰਾਜ ਦਾ ਮਤਲਬ ਕੀ ਹੈ? ਗਣਰਾਜ ਦਾ ਮਤਲਬ ਹੈ ਕਿ ਜੋ ਦੇਸ਼ ਦਾ ਮੁਖੀ ਹੈ ਉਹ ਲੋਕਾਂ ਦੇ ਦੁਆਰਾ ਚੁਣਿਆ ਜਾਏਗਾ, ਵੰਸ਼ ਦੇ ਆਧਾਰ 'ਤੇ ਨਹੀਂ ਚੁਣਿਆ ਜਾਏਗਾ। ਠੀਕ ਹੈ, ਜੋ ਦੇਸ਼ ਦਾ ਰਾਜਾ ਹੈ ਉਹ ਮਤਲਬ ਆਪਣੇ ਦੇਸ਼ ਦਾ ਰਾਜਾ ਕੌਣ ਹੈ? ਰਾਸ਼ਟਰਪਤੀ। ਇਹ ਕਿਹਦੇ ਦੁਆਰਾ ਚੁਣਿਆ ਜਾਂਦਾ ਹੈ? ਲੋਕਾਂ ਦੁਆਰਾ ਅਪਰਤੱਖ ਤੌਰ 'ਤੇ। ਅਪਰਤੱਖ ਤੌਰ ਦੇ ਮਤਲਬ ਕੀ ਹੈ? ਜੋ ਆਪਾਂ ਪ੍ਰਤੀਨਿਧੀ ਚੁਣਦੇ ਹਾਂ, ਜੋ ਆਪਾਂ MP ਔਰ MLA ਚੁਣਦੇ ਹਾਂ, ਇਹਨਾਂ ਦੇ ਦੁਆਰਾ ਚੁਣਿਆ ਜਾਂਦਾ ਹੈ ਰਾਸ਼ਟਰਪਤੀ। ਠੀਕ ਹੈ, ਸੋ ਦੇਸ਼ ਦਾ ਮੁਖੀ ਜੋ ਹੈ ਜਨਤਾ ਦੇ ਦੁਆਰਾ ਚੁਣਿਆ ਜਾਂਦਾ ਹੈ ਅਪਰਤੱਖ ਤੌਰ 'ਤੇ। ਜੱਦੀ ਅਧਿਕਾਰ ਨਹੀਂ ਹੁੰਦਾ ਜਿਵੇਂ ਬ੍ਰਿਟੇਨ ਦੇ ਵਿੱਚ ਹੈ। ਜਿਵੇਂ ਇੰਗਲੈਂਡ ਦੇ ਵਿੱਚ ਕੀ ਹੈ? ਰਾਜਾ ਕਾ ਬੇਟਾ ਹੀ ਰਾਜਾ ਬਣੇਗਾ। ਠੀਕ ਹੈ, ਇਹ ਕਹਾਵਤ ਤਾਂ ਸੁਣੀ ਹੋਏਗੀ। ਔਰ ਉੱਥੇ ਜੋ ਰਾਜਾ ਹੈ ਕਦੇ ਦੋਸ਼ੀ ਨਹੀਂ ਹੁੰਦਾ। ਠੀਕ ਹੈ, ਸੋ ਇੰਗਲੈਂਡ ਦੇ ਵਿੱਚ ਰਾਜਾ ਦਾ ਬੇਟਾ ਹੀ ਰਾਜਾ ਬਣਦਾ ਹੈ, ਲੇਕਿਨ ਭਾਰਤ ਦੇ ਵਿੱਚ ਕੋਈ ਵੀ ਬੰਦਾ ਰਾਸ਼ਟਰਪਤੀ ਬਣ ਸਕਦਾ ਹੈ। ਠੀਕ ਹੈ, ਹੁਣ ਤੋਂ ਲੈ ਕੇ 1952 ਤੋਂ ਲੈ ਕੇ ਤੁਸੀਂ ਦੇਖ ਲਓ ਕਿ 2021 ਚੱਲ ਰਿਹਾ, ਕਿੰਨੇ ਦੇਸ਼ ਦੇ ਰਾਸ਼ਟਰਪਤੀ ਹੋ ਚੁੱਕੇ ਆ। ਸਭ ਤੋਂ ਪਹਿਲਾਂ ਡਾਕਟਰ ਰਾਜਿੰਦਰ ਪ੍ਰਸਾਦ ਸੀ, ਉਹ 2 ਵਾਰ ਰਹੇ। ਹੁਣ ਜੋ ਹੈ ਰਾਸ਼ਟਰਪਤੀ ਰਾਮਨਾਥ ਕੋਵਿੰਦ ਜੀ ਨੇ। ਸੋ ਕੀ ਹੈ? ਕੋਈ ਵੀ ਵਿਅਕਤੀ ਨੂੰ ਅਧਿਕਾਰ ਹੈ। ਠੀਕ ਹੈ, ਇਸ ਤੋਂ ਪਤਾ ਲੱਗਦਾ ਹੈ ਕਿ ਪ੍ਰਸਤਾਵਨਾ ਜੋ ਹੈ ਭਾਰਤੀ ਲੋਕਤੰਤਰ ਨਾਗਰਿਕਤਾ ਦੇ ਲਈ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਨਿਆਂ, ਸਮਾਨਤਾ, ਸੁਤੰਤਰਤਾ, ਭਾਈਚਾਰਾ ਅਤੇ ਆਮ ਆਦਮੀ ਦੀ ਜੋ ਪ੍ਰਤਿਸ਼ਠਾ ਹੈ, ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਸਿਧਾਂਤ 'ਤੇ ਆਧਾਰਿਤ ਹੈ। ਠੀਕ ਹੈ, ਜੋ ਪ੍ਰੀਐਂਬਲ ਹੈ ਇਸ ਦੇ ਵਿੱਚ ਸਿਰਫ ਇੱਕ ਵਾਰ ਜੋ ਹੈ ਅਮੈਂਡਮੈਂਟ ਹੋਈ ਹੈ। ਕਿੰਨੀ ਵਾਰ ਅਮੈਂਡਮੈਂਟ ਹੋਈ ਹੈ? 1 ਵਾਰ। ਔਰ ਕਦੋਂ ਹੋਈ ਹੈ ਇਹ ਅਮੈਂਡਮੈਂਟ, ਮਤਲਬ ਸੋਧ ਕਦੋਂ ਹੋਈ ਹੈ? 1976 ਦੇ ਵਿੱਚ, ਜਦੋਂ ਦੇਸ਼ ਦੇ ਵਿੱਚ ਐਮਰਜੈਂਸੀ ਲੱਗੀ ਹੋਈ ਸੀ। ਔਰ ਕਿਹੜੀ ਸੋਧ ਰਾਹੀਂ? 42ਵੀਂ ਸੋਧ ਰਾਹੀਂ। 42ਵੀਂ ਕੌਂਸਟੀਟਿਊਸ਼ਨਲ ਅਮੈਂਡਮੈਂਟ ਐਕਟ ਦੇ ਰਾਹੀਂ ਕੀ ਹੈ? ਪ੍ਰੀਐਂਬਲ ਨੂੰ ਸੋਧ ਕੀਤੀ ਗਈ। ਔਰ ਇਸ ਦੇ ਵਿੱਚ 3 ਸ਼ਬਦ ਜੋੜੇ ਗਏ। 3 ਸ਼ਬਦ ਜੋੜੇ ਗਏ। ਕਿਹੜੇ ਸ਼ਬਦ ਜੋੜੇ ਗਏ? ਪਹਿਲਾ ਸਮਾਜਵਾਦੀ, ਦੂਸਰਾ ਧਰਮ ਨਿਰਪੱਖਤਾ, ਔਰ ਤੀਸਰਾ ਕਿਹੜਾ ਹੈ? ਅਖੰਡਤਾ। ਇਹ ਕੀ ਆ? 3 ਸ਼ਬਦ ਜੋ ਆ ਜੋੜੇ ਗਏ 42ਵੀਂ ਕੌਂਸਟੀਟਿਊਸ਼ਨਲ ਅਮੈਂਡਮੈਂਟ ਐਕਟ ਦੇ ਦੁਆਰਾ। ਔਰ ਇਹ ਕਦੋਂ ਹੋਈ ਅਮੈਂਡਮੈਂਟ? 1976 ਦੇ ਵਿੱਚ। ਠੀਕ ਹੈ, ਹੁਣ ਆਪਾਂ ਗੱਲ ਕਰਦੇ ਹਾਂ ਸੰਵਿਧਾਨ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਕੀ ਨੇ। ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ ਕੀ ਨੇ ਜਿਨ੍ਹਾਂ ਨੂੰ ਆਪਾਂ ਕੀ ਹੈ ਫੀਚਰ ਕਹਿ ਲੈਂਦੇ ਹਾਂ, ਮੇਨ ਫੀਚਰ ਜਾਂ ਸੇਲੀਐਂਟ ਫੀਚਰ ਕਹਿ ਲੈਂਦੇ ਹਾਂ। ਠੀਕ ਹੈ, ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ ਆਪਾਂ ਦੇਖਦੇ ਹਾਂ। ਜੋ ਫੀਚਰ ਆ ਉਹ ਕੀ ਨੇ?
ਇਹਨਾਂ ਬਾਰੇ ਆਪਾਂ ਕੀ ਹੈ ਪੜਾਂਗੇ 1 ਬਾਈ 1। ਸਭ ਤੋਂ ਪਹਿਲਾਂ ਜੋ ਆਪਣਾ ਸੰਵਿਧਾਨ ਹੈ ਉਹ ਲਿਖਤੀ ਹੈ, ਲਿਖਤੀ ਅਤੇ ਵਿਸ਼ਾਲ। ਸੰਵਿਧਾਨ ਦੋ ਤਰ੍ਹਾਂ ਦੇ ਹੁੰਦੇ ਆ, ਇੱਕ ਲਿਖਤੀ ਹੁੰਦਾ ਹੈ, ਇੱਕ ਅਲਿਖਤੀ ਹੁੰਦਾ ਹੈ। ਅਲਿਖਤੀ ਸੰਵਿਧਾਨ ਕਿੱਥੋਂ ਦਾ ਹੈ? ਬ੍ਰਿਟੇਨ ਦਾ। ਔਰ ਲਿਖਤੀ ਸੰਵਿਧਾਨ ਕਿੱਥੋਂ ਦਾ ਹੈ? ਇੰਡੀਆ ਦਾ, USA ਦਾ, ਮਤਲਬ ਅਮਰੀਕਾ ਦਾ। ਠੀਕ ਹੈ, ਸੰਵਿਧਾਨ ਦੋ ਤਰ੍ਹਾਂ ਦੇ ਹੁੰਦੇ ਆ, ਇੱਕ ਅਲਿਖਤੀ ਹੁੰਦਾ ਹੈ ਔਰ ਇੱਕ ਲਿਖਤੀ ਹੁੰਦਾ ਹੈ। ਲਿਖਤੀ ਸੰਵਿਧਾਨ ਇੰਡੀਆ ਔਰ USA ਆ ਐਜ਼ ਏ ਐਗਜ਼ਾਮਪਲ। ਠੀਕ ਹੈ, ਜੋ ਭਾਰਤੀ ਸੰਵਿਧਾਨ ਹੈ ਉਹ ਦੁਨੀਆ ਦਾ ਸਭ ਤੋਂ ਵੱਡਾ ਸੰਵਿਧਾਨ ਹੈ, ਮਤਲਬ ਵਿਸ਼ਾਲ ਸੰਵਿਧਾਨ ਹੈ। ਕਿਉਂਕਿ ਜਦੋਂ ਇਹ ਸੰਵਿਧਾਨ ਬਣਿਆ ਸੀ ਇਸ ਦੇ ਵਿੱਚ 395 ਅਨੁਛੇਦ ਸੀ, ਮਤਲਬ ਆਰਟੀਕਲ ਸੀ, ਔਰ 12 ਅਨੁਸੂਚੀਆਂ ਸੀ। ਠੀਕ ਹੈ, ਹੁਣ ਇਸ ਟਾਈਮ 465 ਜੋ ਆ ਇਸ ਦੇ ਆਰਟੀਕਲ ਨੇ। ਸੋ ਕੀ ਹੈ, ਸਭ ਤੋਂ ਵੱਡਾ ਸੰਵਿਧਾਨ ਜੋ ਹੈ ਇਹ ਘੋਸ਼ਿਤ ਹੁੰਦਾ ਹੈ। ਠੀਕ ਹੈ, ਇਸ ਤੋਂ ਇਲਾਵਾ ਇਹ ਵੱਡਾ ਕਿਉਂ ਹੈ? ਕਿਉਂਕਿ ਇਹਦੇ ਵਿੱਚ ਜੋ ਸਰਕਾਰਾਂ ਬਣਦੀਆਂ, ਜਿਵੇਂ ਸੈਂਟਰ ਗੌਰਮੈਂਟ ਹੈ, ਸੈਂਟਰ ਗੌਰਮੈਂਟ ਹੈ, ਸਟੇਟ ਗੌਰਮੈਂਟ ਹੈ, ਸੁਪਰੀਮ ਕੋਰਟ ਹੈ, ਹਾਈ ਕੋਰਟ ਹੈ, ਡਿਸਟ੍ਰਿਕਟ ਕੋਰਟ ਹੈ। ਠੀਕ ਹੈ, ਇਹਨਾਂ ਦੇ ਬਾਰੇ ਕੀ ਹੈ ਡਿਟੇਲ ਦੇ ਵਿੱਚ ਆਰਟੀਕਲ ਲਿਖੇ ਹੋਏ ਆ। ਇਸ ਤੋਂ ਇਲਾਵਾ ਪਾਰਲੀਮੈਂਟ ਹੈ, ਸਟੇਟ ਲੈਜਿਸਲੇਚਰ ਹੈ, ਇਹਨਾਂ ਦੇ ਬਾਰੇ ਕੀ ਹੈ ਡਿਟੇਲ ਦੇ ਵਿੱਚ ਲੈਕਚਰ ਲਿਖੇ ਹੋਏ ਆ ਆਰਟੀਕਲ। ਫੰਡਾਮੈਂਟਲ ਰਾਈਟ ਹੈ, ਫੰਡਾਮੈਂਟਲ ਡਿਊਟੀਜ਼ ਨੇ, DPSP ਨੇ। ਇਸ ਕਰਕੇ ਕੀ ਹੈ, ਇੰਨੀਆਂ ਜ਼ਿਆਦਾ ਧਾਰਾਵਾਂ ਹੋਣ ਕਰਕੇ ਕੀ ਹੈ ਲੰਬਾ ਸੰਵਿਧਾਨ ਬਣ ਗਿਆ। ਠੀਕ ਹੈ, ਸੋ ਵਿਸਤ੍ਰਿਤ ਸੰਵਿਧਾਨ ਹੈ ਆਪਣੇ ਦੇਸ਼ ਦਾ। ਦੂਜਾ ਫੀਚਰ ਕੀ ਹੈ? ਲਚਕੀਲਾ ਅਤੇ ਕਠੋਰ ਸੰਵਿਧਾਨ। ਇਹਦੇ ਵਿੱਚ ਵੀ ਪੱਖੋਂ ਦੋ ਤਰ੍ਹਾਂ ਦੇ ਹੁੰਦੇ ਆ। ਲਚਕੀਲਾ ਮਤਲਬ ਫਲੈਕਸੀਬਲ, ਔਰ ਕਠੋਰ ਮਤਲਬ ਰਿਜਡ। ਠੀਕ ਹੈ, ਲਚਕੀਲਾ ਔਰ ਕਠੋਰ ਦੋ ਤਰ੍ਹਾਂ ਦੇ ਸੰਵਿਧਾਨ ਹੁੰਦੇ ਆ। ਲਚਕੀਲਾ ਸੰਵਿਧਾਨ ਕਿਹੜਾ ਹੁੰਦਾ ਹੈ? ਲਚਕੀਲਾ ਸੰਵਿਧਾਨ ਉਹ ਹੁੰਦਾ ਹੈ ਜਿਸ ਵਿੱਚ ਜੋ ਅਮੈਂਡਮੈਂਟ ਹੈ ਜਾਂ ਸੋਧ ਹੈ, ਜਿਹਨੂੰ ਪੰਜਾਬੀ ਵਿੱਚ ਸੋਧ ਕਹਿੰਦੇ ਆ, ਉਹ ਕਰਨੀ ਬਹੁਤ ਆਸਾਨ ਨਾਲ ਹੋ ਜਾਂਦੀ ਹੈ। ਮਤਲਬ ਸਧਾਰਨ ਬਹੁਮਤ ਨਾਲ ਕੀ ਹੈ ਇਹ ਸੋਧ ਹੋ ਜਾਂਦੀ ਹੈ। ਲੇਕਿਨ ਕਠੋਰ ਸੰਵਿਧਾਨ ਦੇ ਵਿੱਚ ਕੀ ਹੁੰਦਾ ਹੈ ਕਿ ਇਸ ਦੇ ਵਿੱਚ ਸੋਧ ਕਰਨੀ ਬਹੁਤ ਔਖੀ ਹੁੰਦੀ ਹੈ। ਠੀਕ ਹੈ, ਇਸ ਦੇ ਲਈ ਵਿਸ਼ੇਸ਼ ਬਹੁਮਤ ਚਾਹੀਦਾ ਹੁੰਦਾ ਹੈ। ਨਾਲ ਕੀ ਹੈ 3/4 ਤਿਹਾਈ ਰਾਜਾਂ ਦੇ ਕੋਲੋਂ ਵੀ ਪੁੱਛਿਆ ਜਾਂਦਾ ਹੈ ਕਿ ਜੋ ਅਸੀਂ ਸੋਧ ਕਰ ਰਹੇ ਹਾਂ ਉਹ ਸਹੀ ਹੈ ਜਾਂ ਨਹੀਂ। ਇਹ ਕਿਸ ਤਰ੍ਹਾਂ ਦਾ ਸੰਵਿਧਾਨ ਹੈ? ਇਹ ਜੋ ਕਠੋਰ ਸੰਵਿਧਾਨ ਹੈ ਇਹ USA ਦਾ ਹੈ। ਠੀਕ ਹੈ, ਇਹਦੇ ਵਿੱਚ ਸੋਧ ਕਰਨੀ ਬਹੁਤ ਮੁਸ਼ਕਿਲ ਹੈ। ਔਰ ਲਚਕੀਲਾ ਸੰਵਿਧਾਨ ਕਿੱਥੋਂ ਦਾ ਹੈ? ਇੰਗਲੈਂਡ ਦਾ। ਠੀਕ ਹੈ, ਲਚਕੀਲਾ ਸੰਵਿਧਾਨ ਕਿੱਥੋਂ ਦਾ ਹੈ? ਇੰਗਲੈਂਡ ਦਾ। ਔਰ ਕਠੋਰ ਸੰਵਿਧਾਨ USA ਦਾ। ਲੇਕਿਨ ਭਾਰਤ ਦਾ ਸੰਵਿਧਾਨ ਲਚਕੀਲਾ ਅਤੇ ਕਠੋਰ ਦੋਵਾਂ ਦਾ ਆਪਸੀ ਮੇਲ ਜੋਲ ਨਾਲ ਬਣਿਆ। ਮਤਲਬ ਇਸ ਦੇ ਵਿੱਚ ਸੋਧ ਕਰਨੀ ਨਾ ਤਾਂ ਜ਼ਿਆਦਾ ਸੌਖੀ ਹੈ ਔਰ ਨਾ ਹੀ ਜ਼ਿਆਦਾ ਕਠੋਰ ਹੈ। ਠੀਕ ਹੈ, ਸੋ ਵਿਚਕਾਰਲਾ ਰਸਤਾ ਜੋ ਅਪਣਾਇਆ ਗਿਆ ਹੈ ਸੰਵਿਧਾਨ ਨੂੰ ਸੋਧ ਕਰਨ ਦਾ। ਇਸ ਲਈ ਸੰਵਿਧਾਨ ਕੀ ਹੈ? ਲਚਕੀਲਾ ਅਤੇ ਕਠੋਰ ਦੋਵਾਂ ਦਾ ਮੇਲ ਜੋਲ ਹੈ। ਤੀਸਰੀ ਵਿਸ਼ੇਸ਼ਤਾ ਕੀ ਹੈ? ਸੰਘਾਤਮਕ ਸਰਕਾਰ। ਸੰਘਾਤਮਕ ਸਰਕਾਰ ਮਤਲਬ ਫੈਡਰਲ ਸਿਸਟਮ ਹੈ, ਫੈਡਰਲ ਗੌਰਮੈਂਟ ਹੈ, ਫੈਡਰਲ ਗੌਰਮੈਂਟ ਹੈ। ਠੀਕ ਹੈ, ਸੰਘਾਤਮਕ ਸਰਕਾਰ ਹੈ। ਇਹ ਆਪਣੇ ਦੇਸ਼ ਦੇ ਸੰਵਿਧਾਨ ਦੀ ਮਹੱਤਵਪੂਰਨ ਜੋ ਹੈ ਇੱਕ ਵਿਸ਼ੇਸ਼ਤਾ ਹੈ, ਕਿਉਂਕਿ ਕੋਈ ਵੀ ਗੌਰਮੈਂਟ ਜੋ ਹੈ ਉਹ ਫੈਡਰਲ ਕਦੋਂ ਹੋਏਗੀ? ਇਹਦੇ ਕੁਝ ਤੱਤ ਨੇ। ਜਦੋਂ ਸ਼ਕਤੀਆਂ ਦੀ ਵੰਡ ਹੋਏਗੀ, ਸ਼ਕਤੀਆਂ ਦੀ ਵੰਡ ਹੋਏ। ਸ਼ਕਤੀਆਂ ਦੀ ਵੰਡ ਕਿਵੇਂ ਹੋਈ ਹੈ? ਇੱਕ ਤਾਂ ਸੈਂਟਰ ਗੌਰਮੈਂਟ ਦੇ ਕੋਲ ਸ਼ਕਤੀਆਂ ਹੈ, ਦੂਸਰੀਆਂ ਸਟੇਟ ਗੌਰਮੈਂਟ ਦੇ ਕੋਲ ਸ਼ਕਤੀਆਂ ਹੈ, ਔਰ ਤੀਸਰਾ ਜੋ ਹੈ ਪੰਚਾਇਤੀ ਰਾਜ ਔਰ ਨਗਰ ਪਾਲਿਕਾਵਾਂ ਜੋ ਬਣਾਈਆਂ ਹੋਈਆਂ 73ਵੀਂ ਔਰ 74ਵੀਂ ਕੌਂਸਟੀਟਿਊਸ਼ਨਲ ਅਮੈਂਡਮੈਂਟ ਐਕਟ ਦੇ ਥਰੂ। ਠੀਕ ਹੈ, ਇਹ ਸ਼ਕਤੀਆਂ ਦੀ ਵੰਡ ਇਸ ਦਾ ਸੰਘਾਤਮਕ ਸਰਕਾਰ ਦਾ ਇੱਕ ਲੱਛਣ ਹੈ। ਦੂਸਰਾ ਕੀ ਹੈ? ਲਿਖਤੀ ਅਤੇ ਕਠੋਰ ਸੰਵਿਧਾਨ। ਲਿਖਤੀ ਅਤੇ ਕਠੋਰ ਸੰਵਿਧਾਨ ਇਹ ਕੀ ਆ? ਇਹਦਾ ਮੇਲ ਜੋਲ ਹੋਣਾ ਚਾਹੀਦਾ। ਠੀਕ ਹੈ, ਔਰ ਤੀਸਰਾ ਕੀ ਹੈ? ਸੰਵਿਧਾਨ ਦੀ ਸਰਵਉੱਚਤਾ। ਸੰਵਿਧਾਨ ਦੀ ਸਰਵਉੱਚਤਾ। ਇੱਕ ਹੁੰਦੀ ਹੈ ਸੰਵਿਧਾਨ ਦੀ ਸਰਵਉੱਚਤਾ, ਇੱਕ ਹੁੰਦੀ ਹੈ ਸੰਸਦ ਦੀ ਸਰਵਉੱਚਤਾ। ਸੰਸਦ ਦੀ ਸਰਵਉੱਚਤਾ ਦੇ ਵਿੱਚ ਕੀ ਹੁੰਦਾ ਹੈ ਕਿ ਜੋ ਸੰਸਦ ਨੇ ਕਾਨੂੰਨ ਬਣਾਤਾ ਉਹੀ ਵੈਲਿਡ ਰਹੇਗਾ।
ਲੇਕਿਨ ਸੰਵਿਧਾਨ ਦੀ ਸਰਵਉੱਚਤਾ ਦੇ ਵਿੱਚ ਕੀ ਹੁੰਦਾ ਹੈ ਕਿ ਸੰਵਿਧਾਨ ਦੇ ਵਿੱਚ ਜੋ ਨਿਯਮ ਤੈਅ ਕੀਤੇ ਗਏ ਆ ਉਹਨਾਂ ਦੇ ਆਧਾਰ 'ਤੇ ਹੀ ਸੰਸਦ ਕੀ ਹੈ ਕਾਨੂੰਨ ਬਣਾਏਗੀ। ਇਸ ਲਈ ਸੰਘਾਤਮਕ ਸਰਕਾਰ ਦਾ ਇੱਕ ਇਹ ਜੋ ਹੈ ਲੱਛਣ ਹੁੰਦਾ ਹੈ ਕਿ ਸੰਵਿਧਾਨ ਜੋ ਹੈ ਸਰਵਉੱਚ ਹੋਏਗਾ। ਇਸ ਤੋਂ ਇਲਾਵਾ ਚੌਥਾ ਪੁਆਇੰਟ ਹੈ ਸੁਤੰਤਰ ਨਿਆਂਪਾਲਿਕਾ। ਨਿਆਂਪਾਲਿਕਾ ਸਪੈਲਿੰਗ ਜੋ ਹੈ ਮਿਸਟੇਕ ਹੋ ਗਏ, ਅਗਰ ਇਰੇਜ਼ ਕਰਾਂਗਾ ਤਾਂ ਕੀ ਹੋਏਗਾ ਕਿ ਸਾਰਾ ਹੀ ਇਹ ਕੱਟਿਆ ਜਾਏਗਾ। ਇਸ ਤੋਂ ਇਲਾਵਾ ਦੋ ਸਦਨੀ ਵਿਵਸਥਾ। ਦੋ ਸਦਨੀ ਕਿਵੇਂ ਹੈ? ਲੋਕ ਸਭਾ ਹੈ ਔਰ ਨਾਲ ਹੀ ਰਾਜ ਸਭਾ ਹੈ। ਲੋਕ ਸਭਾ ਦੇ ਨਾਲ ਕੀ ਹੈ? ਰਾਜ ਸਭਾ ਹੈ। ਦੋ ਸਦਨ ਨੇ ਆਪਣੀ ਸੰਸਦ ਦੇ। ਇਹ ਕੀ ਆ? ਸੰਘਾਤਮਕ ਸਰਕਾਰ ਦੀਆਂ ਵਿਸ਼ੇਸ਼ਤਾਵਾਂ ਨੇ, ਲੱਛਣ ਨੇ। ਠੀਕ ਹੈ, ਇਹ ਸਾਰੀਆਂ ਵਿਸ਼ੇਸ਼ਤਾਵਾਂ ਕੀ ਨੇ? ਭਾਰਤੀ ਸੰਵਿਧਾਨ ਦੇ ਵਿੱਚ ਮਿਲਦੀਆਂ ਨੇ। ਠੀਕ ਹੈ, ਪਰੰਤੂ ਇਸ ਦੇ ਨਾਲ ਕੀ ਹੈ? ਭਾਰਤ ਦੇ ਸੰਵਿਧਾਨ ਦੇ ਵਿੱਚ ਇਕਾਤਮਕਤਾ ਦੇ ਵੀ ਲੱਛਣ ਮਿਲਦੇ ਆ। ਇਕਾਤਮਕਤਾ ਦੇ ਕੀ ਆ? ਲੱਛਣ ਮਿਲਦੇ ਆ। ਉਹ ਕਿਹੜੇ ਲੱਛਣ ਨੇ? ਪਹਿਲਾ ਹੈ ਭਾਰਤ ਨੂੰ ਰਾਜਾਂ ਦਾ ਸੰਗਠਨ ਕਿਹਾ ਗਿਆ। ਭਾਰਤ ਨੂੰ ਰਾਜਾਂ ਦਾ ਸੰਗਠਨ ਕਿਹਾ ਗਿਆ ਕਿ ਮਤਲਬ ਜੋ ਵੀ ਸਟੇਟ ਨੇ ਉਹ ਭਾਰਤ ਤੋਂ ਅਲੱਗ ਨਹੀਂ ਹੋ ਸਕਦੀਆਂ। ਠੀਕ ਹੈ, ਸੰਵਿਧਾਨ ਵਿੱਚ ਸੰਘ ਸ਼ਬਦ ਦੀ ਮੁਕਾਬਲੇ ਸੰਗਠਨ ਸ਼ਬਦ ਜੋ ਹੈ ਏਕਤਾ ਨੂੰ ਜ਼ਿਆਦਾ ਪ੍ਰਗਟ ਕਰਦਾ। ਇਸ ਤੋਂ ਇਲਾਵਾ ਦੂਜਾ ਕੀ ਹੈ? ਇਕਾਤਮਕਤਾ ਦਾ ਫੀਚਰ। ਜਦੋਂ ਐਮਰਜੈਂਸੀ ਲੱਗਦੀ ਹੈ ਤਾਂ ਕੀ ਹੁੰਦਾ ਹੈ ਕਿ ਰਾਸ਼ਟਰਪਤੀ ਨੂੰ ਵਿਸ਼ੇਸ਼ ਅਧਿਕਾਰ ਮਿਲ ਜਾਂਦੇ ਆ, ਜਿਨ੍ਹਾਂ ਰਾਹੀਂ ਕੀ ਹੁੰਦਾ ਹੈ ਕਿ ਸਟੇਟ ਜੋ ਗਵਰਨਮੈਂਟ ਹੁੰਦੀ ਹੈ ਉਹਨਾਂ ਦਾ ਰਾਜ ਪ੍ਰਬੰਧ ਕਿੱਥੇ ਚਲਾ ਜਾਂਦਾ? ਉਹਨਾਂ ਦਾ ਰਾਜ ਪ੍ਰਬੰਧ ਜੋ ਹੈ ਗਵਰਨਰ ਦੇ ਕੋਲ ਚਲਾ ਜਾਂਦਾ ਹੈ। ਗਵਰਨਰ ਕਿਹਦੇ ਨਿਯਮਾਂ ਦੇ ਤਹਿਤ ਜੋ ਹੈ ਰੂਲ ਬਣਾਉਂਦਾ ਹੈ? ਪ੍ਰੈਜ਼ੀਡੈਂਟ ਦੇ ਅਕੋਰਡਿੰਗ ਜੋ ਹੈ ਸਟੇਟ 'ਤੇ ਰੂਲ ਕਰਦਾ ਹੈ। ਠੀਕ ਹੈ, ਸੋ ਇਹਦੇ ਨਾਲ ਕੀ ਹੁੰਦਾ ਹੈ ਜੀ, ਸਟੇਟ ਦਾ ਜੋ ਸੰਘੀ ਢਾਂਚਾ ਹੈ ਐਮਰਜੈਂਸੀ ਟਾਈਮ ਇਕਾਤਮਕ ਹੋ ਜਾਂਦਾ ਹੈ। ਤੀਸਰਾ ਫੀਚਰ ਕੀ ਹੈ? ਭਾਰਤ ਵਿੱਚ ਸਿੰਗਲ ਸਿਟੀਜ਼ਨਸ਼ਿਪ ਹੈ, ਮਤਲਬ ਇਕਹਿਰੀ ਨਾਗਰਿਕਤਾ ਹੈ। ਠੀਕ ਹੈ, ਅਮਰੀਕਾ ਦੇ ਵਿੱਚ ਕੀ ਹੈ? USA ਦੇ ਵਿੱਚ ਕੀ ਹੈ? ਡਬਲ ਸਿਟੀਜ਼ਨ ਹੈ। ਕੋਈ ਵੀ ਬੰਦਾ ਇੱਕ ਤਾਂ ਅਮਰੀਕਾ ਦਾ ਨਾਗਰਿਕ ਹੋਏਗਾ ਔਰ ਇੱਕ ਜਿੱਥੋਂ ਦੀ ਸਟੇਟ ਦਾ ਰਹਿਣ ਵਾਲਾ ਹੈ ਉੱਥੋਂ ਦਾ ਨਾਗਰਿਕ ਹੋਏਗਾ। ਆਪਣੇ ਭਾਰਤ ਦੇ ਵਿੱਚ ਕੀ ਹੈ ਕਿ ਸਿਰਫ ਕੋਈ ਵੀ ਆਦਮੀ ਇੰਡੀਆ ਦਾ ਹੀ ਨਾਗਰਿਕ ਹੋਏਗਾ। ਇਹ ਨਹੀਂ ਕਿ ਪੰਜਾਬ ਦਾ ਕੋਈ ਬੰਦਾ ਰਹਿਣ ਵਾਲਾ ਹੈ ਉਹ ਪੰਜਾਬ ਦਾ ਵੀ ਨਾਗਰਿਕ ਹੋਏ ਔਰ ਨਾਲ ਹੀ ਇੰਡੀਆ ਦਾ ਨਾਗਰਿਕ ਹੋਏ, ਲੇਕਿਨ ਭਾਰਤ ਦੇ ਵਿੱਚ ਸਿਰਫ ਸਿੰਗਲ ਸਿਟੀਜ਼ਨਸ਼ਿਪ ਨੂੰ ਅਪਣਾਇਆ ਗਿਆ। ਠੀਕ ਹੈ, ਇਸ ਤੋਂ ਇਲਾਵਾ ਚੌਥਾ ਫੀਚਰ ਕੀ ਹੈ? ਇਕਹਿਰੀ ਜੋ ਇਕਾਤਮਕਤਾ ਦਾ ਜੋ ਤੱਤ ਪਾਇਆ ਜਾਂਦਾ ਹੈ ਉਹਦੇ ਵਿੱਚ ਕੀ ਹੈ ਕਿ ਜੋ ਵਿਸ਼ੇ ਸੰਘ ਸੂਚੀ ਦੇ ਵਿੱਚ ਸ਼ਾਮਿਲ ਨੇ ਉਹਨਾਂ 'ਤੇ ਤਾਂ ਸੈਂਟਰ ਗਵਰਨਮੈਂਟ ਲੋਅ ਬਣਾ ਹੀ ਸਕਦੀ ਹੈ। ਇਸ ਤੋਂ ਇਲਾਵਾ ਸਮਵਰਤੀ ਸੂਚੀ 'ਤੇ ਵੀ ਸੈਂਟਰ ਗਵਰਨਮੈਂਟ ਕੀ ਹੈ? ਲੋਅ ਬਣਾ ਸਕਦੀ ਹੈ। ਇਸ ਤੋਂ ਇਲਾਵਾ ਰਾਜ ਸੂਚੀ ਦੇ ਵਿਸ਼ਿਆਂ 'ਤੇ ਵੀ ਸੈਂਟਰ ਗਵਰਨਮੈਂਟ ਕੀ ਹੈ? ਲੋਅ ਬਣਾ ਸਕਦੀ ਹੈ। ਕਦੋਂ ਲੋਅ ਬਣਾ ਸਕਦੀ ਹੈ? ਵਿਸ਼ੇਸ਼ ਜਦੋਂ ਪ੍ਰਸਥਿਤੀਆਂ ਉਤਪੰਨ ਹੋ ਜਾਣ। ਉਹ ਵਿਸ਼ੇਸ਼ ਪ੍ਰਸਥਿਤੀਆਂ ਕੀ ਹੁੰਦੀਆਂ ਨੇ? ਇੱਕ ਤਾਂ ਐਮਰਜੈਂਸੀ ਦੇ ਪੀਰੀਅਡ ਹੋ ਗਿਆ। ਠੀਕ ਹੈ, ਉਦੋਂ ਕੀ ਹੈ? ਸੈਂਟਰ ਗਵਰਨਮੈਂਟ ਕੀ ਹੈ? ਲੋਅ ਬਣਾ ਦੇਗੀ। ਇੱਕ ਜਦੋਂ ਰਾਜ ਸਭਾ ਜਦੋਂ ਉਸ ਨੂੰ ਕਹੇ ਕਿ ਇਸ ਸਟੇਟ ਦੇ ਲਈ ਇਹ ਲੋਅ ਬਣਾਉਣਾ ਜ਼ਰੂਰੀ ਹੈ ਤਾਂ ਉਦੋਂ ਕੀ ਹੈ? ਸੈਂਟਰ ਗਵਰਨਮੈਂਟ ਮਤਲਬ ਪਾਰਲੀਮੈਂਟ ਜੋ ਹੈ ਉਹ ਲੋਅ ਬਣਾ ਸਕਦੀ ਹੈ। ਠੀਕ ਹੈ, ਇਸ ਤੋਂ ਇਲਾਵਾ ਇਕਾਤਮਕਤਾ ਦਾ ਇੱਕ ਹੋਰ ਫੀਚਰ ਹੈ ਕਿ ਜੋ ਸੰਵਿਧਾਨ ਹੈ ਉਹ ਦੇਸ਼ ਵਿੱਚ ਇੱਕ ਹੀ ਹੈ। ਦੇਸ਼ ਦੇ ਵਿੱਚ ਸਿਰਫ ਸਿੰਗਲ ਸੰਵਿਧਾਨ ਹੈ। ਇਸ ਤੋਂ ਪਹਿਲਾਂ ਜੰਮੂ ਐਂਡ ਕਸ਼ਮੀਰ ਦਾ ਆਪਣਾ ਸੰਵਿਧਾਨ ਸੀ, ਲੇਕਿਨ ਜਦੋਂ ਦੀ ਜੰਮੂ ਐਂਡ ਕਸ਼ਮੀਰ UT ਬਣਿਆ, ਇਸ ਤੋਂ ਇਲਾਵਾ ਲਦਾਖ ਨੂੰ ਵੀ ਕੀ ਹੈ UT ਬਣਾ ਦਿੱਤਾ ਗਿਆ, ਤਾਂ ਕੀ ਹੈ ਦੇਸ਼ ਦੇ ਵਿੱਚ ਇੱਕ ਹੀ ਸੰਵਿਧਾਨ ਜੋ ਹੈ ਹੋਂਦ ਵਿੱਚ ਆ ਗਿਆ। ਠੀਕ ਹੈ, ਕਿਸੇ ਵੀ ਸਟੇਟ ਦਾ ਹੋਰ ਆਪਣਾ ਵੱਖਰਾ ਜੋ ਹੈ ਸੰਵਿਧਾਨ ਨਹੀਂ ਹੈ। ਇਸ ਤੋਂ ਇਲਾਵਾ ਹੋਰ ਫੀਚਰ ਕੀ ਹੈ ਕਿ ਜੋ ਰਾਜਪਾਲ ਹੁੰਦੇ ਆ, ਜੋ ਗਵਰਨਰ ਹੁੰਦੇ ਆ, ਉਹਨਾਂ ਦੀ ਨਿਯੁਕਤੀ ਕੌਣ ਕਰਦਾ? ਪ੍ਰੈਜ਼ੀਡੈਂਟ ਕਰਦਾ। ਠੀਕ ਹੈ, ਇਸ ਤੋਂ ਇਲਾਵਾ ਜੋ ਵਿੱਤੀ ਸਹਾਇਤਾ ਹੈ, ਜੋ ਫਾਈਨੈਂਸ਼ੀਅਲ ਹੈਲਪ ਹੈ, ਉਸ ਦੇ ਲਈ ਕੀ ਹੁੰਦਾ ਹੈ ਕਿ ਜੋ ਰਾਜ ਨੇ, ਜੋ ਸਟੇਟ ਨੇ, ਉਹ ਸੈਂਟਰ ਮਤਲਬ ਜੋ ਕੇਂਦਰ ਦੀ ਸਰਕਾਰ ਹੈ ਉਸ 'ਤੇ ਨਿਰਭਰ ਕਰਦੇ ਆ, ਉਸ 'ਤੇ ਡਿਪੈਂਡੈਂਟ ਨੇ। ਠੀਕ ਹੈ, ਇਸ ਤੋਂ ਇਲਾਵਾ ਭਾਰਤ ਵਿੱਚ ਸੁਤੰਤਰ ਨਿਆਂਪਾਲਿਕਾ ਹੋਣ ਦੇ ਨਾਲ ਕੀ ਹੈ? ਨਿਆਂਪਾਲਿਕਾ ਨੂੰ ਜੁਡੀਸ਼ੀਅਲ ਰਿਵਿਊ ਦਾ ਵੀ ਅਧਿਕਾਰ ਦਿੱਤਾ ਗਿਆ। ਨਾਲ ਹੀ ਇਕਹਿਰੀ ਨਿਆਂਪਾਲਿਕਾ ਹੈ, ਮਤਲਬ ਸਭ ਤੋਂ ਉੱਪਰ ਸੁਪਰੀਮ ਕੋਰਟ ਹੈ, ਫਿਰ ਹਾਈ ਕੋਰਟ ਹੈ ਔਰ ਇਸ ਤੋਂ ਬਾਅਦ ਕੀ ਹੈ? ਡਿਸਟ੍ਰਿਕਟ ਕੋਰਟ ਹੈ। ਸੁਪਰੀਮ ਕੋਰਟ ਦੇ ਜੋ ਵੀ ਫੈਸਲੇ ਹੋਣਗੇ ਉਹ ਲੋਅਰ ਕੋਰਟ ਨੂੰ ਕੀ ਹੈ? ਮੰਨਣੇ ਪੈਣਗੇ। ਠੀਕ ਹੈ, ਇਸ ਨੂੰ ਕਹਿੰਦੇ ਆ ਇਕਹਿਰੀ ਨਿਆਂਪਾਲਿਕਾ। ਠੀਕ ਹੈ, ਸੋ
ਆਪਾਂ ਇੰਨੀ ਚਰਚਾ ਤੋਂ ਬਾਅਦ ਇਹ ਕਹਿ ਸਕਦੇ ਹਾਂ ਕਿ ਜੋ ਭਾਰਤ ਦਾ ਕੌਂਸਟੀਟਿਊਸ਼ਨ ਹੈ ਉਹ ਬਣਤਰ ਦੇ ਵਿੱਚ, ਭਾਰਤ ਦਾ ਜੋ ਕੌਂਸਟੀਟਿਊਸ਼ਨ ਹੈ ਉਹ ਬਣਤਰ ਦੇ ਵਿੱਚ ਤਾਂ ਸੰਘੀ ਹੈ, ਉਹ ਬਣਤਰ ਦੇ ਵਿੱਚ ਤਾਂ ਸੰਘੀ ਹੈ, ਲੇਕਿਨ ਭਾਵਨਾ ਦੇ ਵਿੱਚ, ਲੇਕਿਨ ਵਿਵਹਾਰ ਦੇ ਪੱਖੋਂ ਕੀ ਹੈ, ਇਕਾਤਮਕ ਹੈ। ਵਿਵਹਾਰ ਦੇ ਪੱਖੋਂ ਕੀ ਹੈ, ਇਕਾਤਮਕ ਹੈ। ਫੈਡਰਲ ਇਨ ਸਟਰਕਚਰ ਬਟ ਯੂਨਿਟੈਰੀ ਇਨ ਸਪਿਰਿਟ, ਠੀਕ ਹੈ, ਇਹ ਕਹਿ ਸਕਦੇ ਹਾਂ ਆਪਾਂ। ਸੋ ਚੌਥਾ ਪੁਆਇੰਟ ਜੋ ਹੈ ਭਾਰਤੀ ਸੰਵਿਧਾਨ ਦੀ ਵਿਸ਼ੇਸ਼ਤਾ ਦਾ, ਉਹ ਹੈ ਸੁਤੰਤਰ ਅਤੇ ਨਿਰਪੱਖ ਨਿਆਂਪਾਲਿਕਾ। ਸੁਤੰਤਰ ਅਤੇ ਨਿਰਪੱਖ ਨਿਆਂਪਾਲਿਕਾ ਮਤਲਬ ਇੰਡੀਪੈਂਡੈਂਟ ਜੋ ਹੈ ਜੁਡੀਸ਼ਰੀ ਹੈ, ਠੀਕ ਹੈ। ਇਹਦੇ ਵਿੱਚ ਕੀ ਹੁੰਦਾ ਹੈ ਕਿ ਜੋ ਦੇਸ਼ ਦੇ ਨਾਗਰਿਕ ਨੇ, ਜੋ ਇੰਡੀਅਨ ਸਿਟੀਜ਼ਨ ਨੇ, ਉਹਨਾਂ ਨੂੰ ਕੀ ਆ, ਫੰਡਾਮੈਂਟਲ ਰਾਈਟ ਦਿੱਤੇ ਹੋਏ ਆ, ਕੀ ਆ, ਮੌਲਿਕ ਅਧਿਕਾਰ ਦਿੱਤੇ ਹੋਏ ਆ। ਉਹਨਾਂ ਦੀ ਰੱਖਿਆ ਲਈ ਕੀ ਹੈ, ਸੁਤੰਤਰ ਨਿਆਂਪਾਲਿਕਾ ਹੋਣਾ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਸੰਘ ਦੇ ਵਿੱਚ ਕੀ ਹੁੰਦਾ ਹੈ ਕਿ ਕੇਂਦਰ ਅਤੇ ਰਾਜਾਂ ਦੇ ਵਿੱਚ ਸ਼ਕਤੀਆਂ ਦੀ ਵੰਡ ਹੁੰਦੀ ਹੈ, ਔਰ ਇਹਨਾਂ ਸ਼ਕਤੀਆਂ ਦੀ ਵੰਡ ਨੂੰ ਸਪਸ਼ਟ ਤੌਰ 'ਤੇ ਸੰਵਿਧਾਨ ਦੇ ਵਿੱਚ ਲਿਖਿਆ ਹੁੰਦਾ ਹੈ। ਲੇਕਿਨ ਫਿਰ ਵੀ ਕੀ ਹੁੰਦਾ ਹੈ ਕਿ ਰਾਜਾਂ ਅਤੇ ਕੇਂਦਰ ਦੇ ਵਿਚਕਾਰ ਇਹਨਾਂ ਨੂੰ ਲੈ ਕੇ ਝਗੜੇ ਹੁੰਦੇ ਰਹਿੰਦੇ ਆ। ਇਹਨਾਂ ਝਗੜਿਆਂ ਦੇ ਨਿਪਟਾਰੇ ਦੇ ਲਈ ਕੀ ਹੋਣਾ ਚਾਹੀਦਾ ਹੈ, ਸੁਤੰਤਰ ਅਤੇ ਨਿਰਪੱਖ ਨਿਆਂਪਾਲਿਕਾ ਦਾ ਹੋਣਾ ਜ਼ਰੂਰੀ ਹੈ, ਠੀਕ ਹੈ। ਇਸ ਤੋਂ ਇਲਾਵਾ ਲੋਕਾਂ ਦੇ ਵਿੱਚ ਆਪਸੀ ਝਗੜੇ ਹੁੰਦੇ ਰਹਿੰਦੇ ਆ, ਉਹਨਾਂ ਦੇ ਵੀ ਫੈਸਲੇ ਜੋ ਹੈ ਕਰਨ ਲਈ ਸੁਤੰਤਰ ਅਤੇ ਨਿਰਪੱਖ ਨਿਆਂਪਾਲਿਕਾ ਦਾ ਹੋਣਾ ਜ਼ਰੂਰੀ ਹੈ, ਠੀਕ ਹੈ। ਇਸ ਤੋਂ ਇਲਾਵਾ ਪੰਜਵਾਂ ਪੁਆਇੰਟ ਹੈ ਜੋ ਭਾਰਤੀ ਸੰਵਿਧਾਨ ਦਾ ਫੀਚਰ ਹੈ, ਸੰਸਦੀ ਸ਼ਾਸਨ ਪ੍ਰਣਾਲੀ। ਸੰਸਦੀ ਸ਼ਾਸਨ ਪ੍ਰਣਾਲੀ, ਇਹਦੇ ਵਿੱਚ ਮਤਲਬ ਪਾਰਲੀਆਮੈਂਟਰੀ ਫਾਰਮ ਆਫ ਗਵਰਨੈਂਸ, ਠੀਕ ਹੈ। ਗਵਰਨਮੈਂਟ ਦੀ ਫਾਰਮ ਜੋ ਹੈ ਉਹ ਪਾਰਲੀਆਮੈਂਟਰੀ ਹੈ। ਇਹਦੇ ਵਿੱਚ ਕੀ ਹੁੰਦਾ ਹੈ ਕਿ ਜੋ ਸੰਵਿਧਾਨ ਹੈ ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਦੇਸ਼ ਦੇ ਵਿੱਚ ਸੰਸਦੀ ਸ਼ਾਸਨ ਪ੍ਰਣਾਲੀ ਹੋਏਗੀ। ਅਜਿਹੀ ਪ੍ਰਣਾਲੀ ਦੇ ਵਿੱਚ ਜੋ ਆਪਣਾ ਕਾਰਜਪਾਲਿਕਾ ਦਾ ਮੁਖੀ ਹੋਏਗਾ ਉਹ ਕੌਣ ਹੋਏਗਾ, ਰਾਸ਼ਟਰਪਤੀ। ਕਾਰਜਪਾਲਿਕਾ ਦਾ ਮੁਖੀ ਕੌਣ ਹੈ, ਰਾਸ਼ਟਰਪਤੀ। ਲੇਕਿਨ ਇਹ ਨਾ ਮਾਤਰ ਦੀ ਕਾਰਜਪਾਲਿਕਾ ਹੈ। ਇਹ ਕੀ ਹੈ, ਨਾ ਮਾਤਰ ਦੀ ਕਾਰਜਪਾਲਿਕਾ ਹੈ। ਅਸਲੀ ਸ਼ਕਤੀਆਂ ਕਿਹਦੇ ਕੋਲ ਹੁੰਦੀਆਂ, PM ਉਹ ਤੇ ਉਸ ਦੀ ਸੈਂਟਰ ਕੌਂਸਿਲ ਆਫ ਮਿਨਿਸਟਰ ਦੀ ਕੋਲ। ਮਤਲਬ ਜੋ ਸੈਂਟਰ ਦੀ ਮਿਨਿਸਟਰੀ ਹੈ, ਜੋ ਸੈਂਟਰ ਦਾ ਮੰਤਰੀ ਮੰਡਲ ਹੈ, ਉਹ ਕੀ ਹੈ, ਅਸਲੀ ਕਾਰਜਪਾਲਿਕਾ ਹੈ। ਅਸਲੀ ਕਾਰਜਪਾਲਿਕਾ ਕੌਣ ਹੈ, ਪ੍ਰਧਾਨ ਮੰਤਰੀ ਦੀ ਮੰਤਰੀ ਪਰਿਸ਼ਦ, ਠੀਕ ਹੈ। ਪ੍ਰਧਾਨ ਮੰਤਰੀ ਦੀ ਮੰਤਰੀ ਪਰਿਸ਼ਦ ਦੇ ਕੋਲ ਅਸਲੀ ਸ਼ਕਤੀਆਂ ਹੁੰਦੀਆਂ ਨੇ। ਰਾਸ਼ਟਰਪਤੀ ਕੀ ਹੈ, ਨਾ ਮਾਤਰ ਦੀ ਕਾਰਜਪਾਲਿਕਾ ਹੈ, ਠੀਕ ਹੈ। ਇਹ ਮੰਤਰੀ ਮੰਡਲ ਹੀ ਤੈਅ ਕਰਦੀ ਹੈ ਕਿ ਦੇਸ਼ ਦੇ ਵਿੱਚ ਕਿਹੜੀਆਂ ਨੀਤੀਆਂ ਨੂੰ ਅਪਣਾਇਆ ਜਾਵੇ, ਕਿਹੜੇ ਕੰਮ ਕੀਤੇ ਜਾਣ, ਕਿਹੜੇ ਫੈਸਲੇ ਲਏ ਜਾਣ, ਠੀਕ ਹੈ। ਔਰ ਸੰਸਦ ਦੇ 2 ਸਦਨ ਹੁੰਦੇ ਆ, ਇਹ ਸਭ ਨੂੰ ਪਤਾ ਹੈ। ਭਾਰਤ ਦੇ ਵਿੱਚ 2 ਸਦਨ ਆ, ਪਹਿਲਾ ਹੈ ਲੋਕ ਸਭਾ, ਦੂਸਰਾ ਹੈ ਰਾਜ ਸਭਾ। ਲੋਕ ਸਭਾ ਜੋ ਹੈ ਇਹ ਲੋਕਾਂ ਦੇ ਪ੍ਰਤੀ ਉੱਤਰਦਾਈ ਹੈ, ਕਿਉਂਕਿ ਲੋਕ ਕੀ ਹੈ, ਲੋਕ ਸਭਾ ਦੇ ਮੈਂਬਰਾਂ ਨੂੰ ਚੁਣਦੇ ਆ। ਰਾਜ ਸਭਾ ਦੇ ਮੈਂਬਰ ਲੋਕਾਂ ਦੁਆਰਾ ਸਿੱਧੇ ਤੌਰ 'ਤੇ ਨਹੀਂ ਚੁਣੇ ਜਾਂਦੇ। ਜੋ ਰਾਜ ਦੀਆਂ ਵਿਧਾਨ ਸਭਾਵਾਂ ਹੁੰਦੀਆਂ ਨੇ ਉਹਨਾਂ ਦੇ ਵਿੱਚੋਂ ਕੀ ਹੈ, ਮੈਂਬਰ ਜੋ ਹੁੰਦੇ ਆ ਉਹ ਚੁਣਦੇ ਆ ਅੱਗੇ ਇਹਨਾਂ ਨੂੰ, ਠੀਕ ਹੈ। ਭਾਰਤ ਦੀ ਸੰਸਦੀ ਸ਼ਾਸਨ ਪ੍ਰਣਾਲੀ ਕਿੱਥੋਂ ਅਪਣਾਈ ਗਈ ਹੈ, ਕਿਹਨੂੰ ਕਾਪੀ ਕਰਕੇ, ਇੰਗਲੈਂਡ ਨੂੰ ਕਾਪੀ ਕਰਕੇ, ਠੀਕ ਹੈ। ਇੰਗਲੈਂਡ ਦਾ ਜੋ ਨਮੂਨਾ ਵਰਤਿਆ ਗਿਆ ਉਹਨੂੰ ਦੇਖ ਕੇ ਹੀ ਭਾਰਤ ਦੇ ਵਿੱਚ ਸੰਸਦੀ ਸ਼ਾਸਨ ਪ੍ਰਣਾਲੀ ਅਪਣਾਈ ਗਈ ਹੈ। ਇਸ ਤੋਂ ਇਲਾਵਾ ਜਾਪਾਨ, ਕੈਨੇਡਾ, ਆਸਟ੍ਰੇਲੀਆ, ਬੰਗਲਾਦੇਸ਼ ਆਦਿ ਵਿੱਚ ਵੀ ਸੰਸਦੀ ਸ਼ਾਸਨ ਪ੍ਰਣਾਲੀ ਹੈ, ਠੀਕ ਹੈ। 6ਵਾਂ ਪੁਆਇੰਟ ਕੀ ਹੈ, ਬਾਲਗ ਮਤ ਅਧਿਕਾਰ। ਬਾਲਗ ਮਤ ਅਧਿਕਾਰ। ਬਾਲਗ ਮਤ ਅਧਿਕਾਰ ਦੇ ਵਿੱਚ ਕੀ ਹੁੰਦਾ ਹੈ ਕਿ ਜੋ ਵੀ ਲੋਕ 18 ਸਾਲ ਦੀ ਉਮਰ ਤੋਂ ਵੱਧ ਪਾਰ ਕਰ ਚੁੱਕਿਆ, ਜੋ ਭਾਰਤੀ ਨਾਗਰਿਕ ਹੈ, ਉਸ ਨੂੰ ਵੋਟ ਦੇਣ ਦਾ ਅਧਿਕਾਰ ਹੈ, ਠੀਕ ਹੈ। ਹਾਲਾਂਕਿ ਜੇਕਰ ਉਸ ਨੂੰ ਸੰਵਿਧਾਨ ਦੇ ਨਿਯਮਾਂ ਦੇ ਤਹਿਤ ਜਾਂ ਨਿਆਂਪਾਲਿਕਾ ਨੇ ਇਸ ਵੋਟ ਦੇਣ ਦੇ ਅਧਿਕਾਰ ਤੋਂ ਵੰਚਿਤ ਕੀਤਾ ਹੋਏਗਾ ਤਾਂ ਉਹ ਵੋਟ ਨਹੀਂ ਦੇਗਾ। ਅਦਰਵਾਈਜ਼ ਕੋਈ ਵੀ ਵਿਅਕਤੀ ਜਿਸ ਦੀ ਉਮਰ 18 ਸਾਲ ਤੋਂ ਵੱਧ ਹੈ ਉਹ ਕੀ ਹੈ, ਵੋਟ ਦੇਣ ਦਾ ਅਧਿਕਾਰ ਰੱਖਦਾ, ਠੀਕ ਹੈ। ਇਸ ਨੂੰ ਹੀ ਕਹਿੰਦੇ ਆ ਬਾਲਗ ਮਤ ਅਧਿਕਾਰ, ਠੀਕ ਹੈ। ਔਰ ਇਸ ਤੋਂ ਇਲਾਵਾ ਕੀ ਹੈ, 7ਵਾਂ ਪੁਆਇੰਟ, ਜੋ ਪ੍ਰਭੂ ਸੱਤਾ ਹੈ, ਪ੍ਰਭੂ ਸੱਤਾ
जनता दे कोल है। जनता ही तय करदी है कि किहड़ी पार्टी गवर्नमेंट बनाएगी, किहड़ी पार्टी विरोधी पक्ष दे विच रहेगी। जनता दे कोल ही शक्ति है किहड़ी पार्टी नूं वोट देना है, किहड़ी पार्टी दी सरकार बनवाउणी है। ठीक है, इस तरह की है प्रभु सत्ता जो है लोकां दे कोल है, लोक मालक ने, सरकार उन्हां दी सेवक है। ठीक है, 8वां पॉइंट की है, फंडामेंटल राइट ने। फंडामेंटल राइट ने अते राज दे नीति निर्देशक तत्त ने, DPSP ने। फंडामेंटल राइट मतलब मुढ़ले अधिकार, मौलिक अधिकार, और DPSP का मतलब की है राज दे नीति निर्देशक सिद्धांत। इस नूं इंग्लिश विच कहंदे आ डायरैक्टिव प्रिंसीपल ऑफ द स्टेट पॉलिसी। ठीक है, डायरैक्टिव प्रिंसीपल ऑफ द स्टेट पॉलिसी कहंदे आ इनू। ठीक है, संविधान दे तीजे चैप्टर दे विच की है फंडामेंटल राइट दिते हुए आ, और संविधान दे चौथे चैप्टर दे विच की है DPSP बारे दस्सिया गया है। फंडामेंटल राइट आपां पिछले चैप्टर दे विच की है कंप्लीट कर चुके हैं। किहड़े किहड़े ने? समानता का अधिकार है, सुतंत्रता का अधिकार है, धर्म अते आज़ादी का अधिकार है, शोषण विरोध अधिकार है, सभ्याचारक अते सिक्ख्या का अधिकार है, संविधानिक उपचारां का अधिकार है। मतलब टोटल मिला के 6 अधिकार ने। ठीक है, उन्हां दे अलग अलग आर्टिकल ने 14 तो लैके 32 तक। ठीक है, 14 तो लैके 32 तक की है फंडामेंटल राइट के बारे दस्सिया गया है। और 86वीं कॉन्स्टिट्यूशनल अमेंडमेंट एक्ट जो 2002 ਦੇ ਵਿੱਚ ਹੋਈ ਸੀ, ਇਹਦੇ ਵਿੱਚ 21A ਆਰਟੀਕਲ ਜੋੜਿਆ ਗਿਆ ਸੀ ਜੋ ਬੱਚਿਆਂ ਦੀ ਸਿੱਖਿਆ ਦੇ ਲਈ ਸੀ 6 ਤੋਂ 14 ਸਾਲ ਤੱਕ। 6 ਤੋਂ 14 ਸਾਲ ਦੇ ਬੱਚਿਆਂ ਨੂੰ ਕੀ ਹੈ ਮੁਫਤ ਸਿੱਖਿਆ ਦਿੱਤੀ ਜਾਏਗੀ। DPSP ਨੂੰ ਸੰਵਿਧਾਨ ਦੇ ਵਿੱਚ ਭਾਗਾਂ ਦੇ ਵਿੱਚ ਨਹੀਂ ਵੰਡਿਆ ਗਿਆ, ਸੰਵਿਧਾਨ ਦੇ ਵਿੱਚ ਸਿੱਧਾ ਲਿਖੇ ਹੋਏ ਆ ਆਰਟੀਕਲ 36 ਤੋਂ ਲੈ ਕੇ 51 ਤੱਕ DPSP ਲਿਖੇ ਹੋਏ ਆ। ਠੀਕ ਹੈ, ਲੇਕਿਨ ਸੰਵਿਧਾਨ ਦੇ ਵਿੱਚ ਇਹਨਾਂ ਨੂੰ ਭਾਗ ਦੇ ਵਿੱਚ ਨਹੀਂ ਵੰਡਿਆ ਗਿਆ। ਬੇਸਿਕਲੀ ਇਹਨਾਂ ਨੂੰ 3 ਭਾਗਾਂ ਦੇ ਵਿੱਚ ਆਮ ਲੋਕਾਂ ਨੇ ਵੰਡਿਆ, ਜਾਂ ਆਪਾਂ ਕਹਿ ਲਈਏ ਜੋ ਮਾਹਿਰ ਨੇ ਸੰਵਿਧਾਨ ਦੇ ਉਹਨਾਂ ਨੇ 3 ਭਾਗਾਂ ਦੇ ਵਿੱਚ ਵੰਡਿਆ। ਪਹਿਲਾ ਹੈ ਸਮਾਜਵਾਦੀ, ਦੂਸਰਾ ਹੈ ਗਾਂਧੀਵਾਦੀ, ਤੀਸਰਾ ਕਿਹੜਾ ਹੈ ਉਦਾਰਵਾਦੀ। ਉਦਾਰਵਾਦੀ। ਠੀਕ ਹੈ, ਇਹ 3 ਭਾਗਾਂ ਦੇ ਵਿੱਚ ਕੀ ਹੈ DPSP ਨੂੰ ਵੰਡਿਆ ਗਿਆ, ਲੇਕਿਨ ਸੰਵਿਧਾਨ ਦੇ ਵਿੱਚ ਇਹ ਵੰਡ ਨਹੀਂ ਕੀਤੀ ਗਈ ਹੈ, इनका ध्यान रखना। ठीक है, सो 9वां पॉइंट केड़ा है? 9वां पॉइंट है फंडामेंटल ड्यूटीज़, मतलब नागरिकां दे मौलिक कर्तव्य। फंडामेंटल ड्यूटीज़ ऑफ द सिटीजनस, ये जो है बेसिक कॉन्स्टिट्यूशन दे विच ये चैप्टर नहीं सी, लेकिन जदों देश दे विच एमरजेंसी लगी सी, मतलब आपातकाल सी, उदों इंदिरा गांधी सरकार ने 42वीं कॉन्स्टिट्यूशनल अमेंडमेंट एक्ट 1976 ਦੇ ਵਿੱਚ ਇਹ ਚੈਪਟਰ ਨੂੰ ਜੋੜਿਆ ਸੀ। ਇਹ ਚੈਪਟਰ ਕਿੰਦੀ ਮਤਲਬ ਸਿਫਾਰਿਸ਼ ਤੇ ਜੋੜਿਆ ਗਿਆ ਸੀ। ਉਹ ਕਮੇਟੀ ਸੀ ਸਵਰਨ ਸਿੰਘ ਸਮਿਤੀ। ਸਵਰਨ ਸਿੰਘ ਸਮਿਤੀ ਦੀ ਸਿਫਾਰਿਸ਼ ਤੇ ਇਹ ਚੈਪਟਰ ਜੋ ਹੈ ਜੋੜਿਆ ਗਿਆ। ਔਰ ਇਹ ਚੈਪਟਰ ਸੰਵਿਧਾਨ ਦੇ ਵਿੱਚ ਕਿੱਥੇ ਜੋੜਿਆ ਗਿਆ? ਭਾਗ 4A ਦੇ ਵਿੱਚ। ਭਾਗ 4A ਦੇ ਵਿੱਚ ਇਸ ਨੂੰ ਜੋੜਿਆ ਗਿਆ। ਔਰ ਸਿਰਫ ਇੱਕ ਆਰਟੀਕਲ ਦੇ ਵਿੱਚ, ਆਰਟੀਕਲ 51A ਦੇ ਵਿੱਚ ਕੀ ਹੈ 10 ਮੂਲ ਕਰਤੱਵ ਜੋੜੇ ਗਏ ਸੀ 42ਵੀਂ ਕੌਂਸਟੀਟਿਊਸ਼ਨਲ ਅਮੈਂਡਮੈਂਟ ਐਕਟ ਦੇ ਦੁਆਰਾ। ਲੇਕਿਨ 86ਵੀਂ ਕੌਂਸਟੀਟਿਊਸ਼ਨਲ ਅਮੈਂਡਮੈਂਟ ਐਕਟ ਜਦੋਂ ਹੋਈ ਉਦੋਂ ਇੱਕ ਹੋਰ ਜੋੜ ਦਿੱਤਾ ਗਿਆ 11ਵਾਂ। ਠੀਕ ਹੈ, 11ਵਾਂ ਕਰਤੱਵ ਕੀ ਹੈ ਜੋੜ ਦਿੱਤਾ ਗਿਆ। ਹੁਣ ਟੋਟਲ ਕਿੰਨੇ ਨੇ? 11 ਨੇ। ਫੰਡਾਮੈਂਟਲ ਡਿਊਟੀਜ਼ ਜੋ ਹੈ ਟੋਟਲ 11 ਨੇ, ਲੇਕਿਨ ਜਦੋਂ ਜੋੜੀਆਂ ਗਈਆਂ ਸੀ ਉਦੋਂ 10 ਸੀ। ਠੀਕ ਹੈ, 10ਵਾਂ ਪੁਆਇੰਟ ਹੈ ਸੇਲੀਐਂਟ ਫੀਚਰ ਦਾ, ਰਾਸ਼ਟਰਪਤੀ ਦੀਆਂ ਰਾਸ਼ਟਰਪਤੀ ਪੈਨ ਕਿਉਂ ਨਹੀਂ ਚੱਲ ਰਿਹਾ? ਰਾਸ਼ਟਰਪਤੀ ਦੀਆਂ ਸੰਕਟਕਾਲੀ ਸ਼ਕਤੀਆਂ। ਇਹ ਕੀ ਹੈ? 10ਵਾਂ ਪੁਆਇੰਟ ਹੈ, ਮਤਲਬ ਐਮਰਜੈਂਸੀ ਜੋ ਪਾਵਰ ਨੇ ਪ੍ਰੈਜ਼ੀਡੈਂਟ ਦੀਆਂ ਉਹਨਾਂ ਦੇ ਬਾਰੇ ਕੀ ਹੈ, ਇਹ ਸੰਵਿਧਾਨ ਦੀ ਵਿਸ਼ੇਸ਼ਤਾ ਹੈ ਇੱਕ ਖਾਸ। ਰਾਸ਼ਟਰਪਤੀ ਨੂੰ 3 ਤਰ੍ਹਾਂ ਦੀਆਂ ਸੰਕਟਕਾਲੀ ਸ਼ਕਤੀਆਂ ਦਿੱਤੀਆਂ ਹੋਈਆਂ ਨੇ। ਠੀਕ ਹੈ, ਪਹਿਲੀ ਹੈ ਨੈਸ਼ਨਲ ਐਮਰਜੈਂਸੀ। ਠੀਕ ਹੈ, ਦੂਸਰੀ ਕਿਹੜੀ ਹੈ? ਸਟੇਟ ਐਮਰਜੈਂਸੀ। ਔਰ ਤੀਸਰੀ ਕਿਹੜੀ ਹੈ? ਫਾਈਨੈਂਸ਼ੀਅਲ ਐਮਰਜੈਂਸੀ। ਇਹਨਾਂ ਨੂੰ ਪੰਜਾਬੀ ਵਿੱਚ ਦੱਸ ਦਿੰਨਾ। ਨੈਸ਼ਨਲ ਐਮਰਜੈਂਸੀ ਮਤਲਬ ਰਾਸ਼ਟਰੀ ਸੰਕਟ ਕਾਲ,
दूसरा है राज का संविधानिक संकट और तीसरा है वित्तीय संकट। ये 3 तरह दियाँ जो है राष्ट्रपति नूं शक्तियाँ दित्तियां गईयां। ये शक्तियाँ क्यों दित्तियां गईयां? क्योंकि देश के इतिहास का पिछोकड़ और समाज की बनतर नूं वेखदे होइआं जो संविधान के निर्माता सी उन्होंने ये शक्तियाँ इसलिए रखियां क्योंकि देश दे विच इहो जी स्थिति या इहो जिहा नाजुक मोड़ आ जाए तो राष्ट्रपति की है इन्हां एमरजेंसियां नूं लगा के उन्हां मामलिਆਂ ਨੂੰ नजेड़ सकता है। फॉर एग्जाम्पल देश दे विच की है युद्ध होने की स्थिति पैदा हो गई है या बाहरों कोई हमले होने का खतरा पैदा हो गया है या देश दे विच हथियारबंद विद्रोह हो रहा है तो राष्ट्रपति की करेगा नैशनल एमरजेंसी या तो पूरे देश ते घोषित कर देगा या किसी खास खेत्र दे विच की है राष्ट्रपति नैशनल एमरजेंसी घोषित कर देगा। ठीक है। इस तो इलावा स्टेट दे विच एमरजेंसी कदों घोषित की जाती है? जदों राज की सरकार संविधान के अकॉर्डिंग नहीं चलती, उत्थों की संविधानिक मशीनरी फेल हो जाती है तो जो राज का प्रबंध है वो राष्ट्रपति अपने हत्थों में लै लैंदा है। ठीक है। राज की जो गवर्नमेंट है वो भंग कर दी जाती है और गवर्नमेंट की जगह पर कौन राज करता है? राजपाल। ठीक है। वित्तीय स्थिति जो है जो फाइनैंशियल एमरजेंसी है वो उदों लगाई जाती है जो देश के विच वित्तीय संकट खड़ा हो जाए या वित्तीय स्थिति इन्नी कु खराब हो जाए कि राष्ट्रपति वित्तीय सुधारां दे लई फाइनैंशियल एमरजेंसी जो है लगा सकता है। इस समय की हुंदा है कि जिन्ने भी सरकारी अहुदे ते अफसर ने उन्हां दीयां तनखाहां नूं घट कर दिता जाता है। हालांकि अपने भारत दे विच कदे भी नहीं लगी। जो फाइनैंशियल एमरजेंसी है वो भारत दे विच अजे तक कोई भी कदे भी नहीं लगी। नैशनल एमरजेंसी भी लगी हुई है और स्टेट एमरजेंसी की है ये भी लगी हुई है। अलग अलग स्टेट ते अलग अलग टाइम की है लगियां हुई हैं। सो इस तो बाद की है विचित्र विशेषतावां कुछ हैगियां ने वो किहड़ियां ने देख लेने आ। सिंगल सिटीजनशिप है। सिंगल सिटीजनशिप है मतलब इकहरी नागरिकता है देश दे विच। ठीक है। इस तो इलावा जो हिंदी है देवनागरी लिपि है इसकी ये की है केंद्रीय सरकार की भाषा प्रवान करना तो 22 भाषावां की है मानता प्राप्त भाषावां ने। ठीक है। इस तो इलावा बाद दे विच दल बदली दी मनाही की गई मतलब एंटी डिफैक्शन लॉ बनाया गया। एंटी डिफैक्शन लॉ बनाया गया जो दल बदली की मनाही करता है। ये कदों बनाया गया सी? 52वीं कॉन्स्टिट्यूशनल अमेंडमेंट एक्ट के द्वारा। ठीक है। इस तो इलावा छूआछात का खात्मा किया गया है। सब नूं पता है कि आर्टिकल 17 दे विच की है छूआछात का खात्मा किया गया। कठोरता ते लचीलेपन का मिश्रण है। ठीक है। भारतीय जो समाज है वो बहुवादी समाज है। बहुवादी की है समाज है। इत्थे अलग अलग भाषा के अलग अलग धर्म मनण वाले अलग अलग भाषावां बोलण वाले अलग अलग जातियां दे अलग अलग सभ्याचार के लोग की है रहिंदे आ। फिर भी की है भारत दे विच इन्नी अनेकता हुंदे होए की है एकता वेखण नूं मिलदी है। सो ये एकता की है देश की अखंडता के लिए जरूरी है। ठीक है। सो इस तो बाद फंडामेंटल राइट ने वो आप कर चुके हैं किहड़े राइट ने। ठीक है। वो पिछले चैप्टर दे विच आपां कंप्लीट कर चुके हैं फंडामेंटल राइट ने। इस तो इलावा DPSP जिन्हां बारे आपां नहीं पढ़िया उस तो पहलां DPSP नूं करन तो पहलां आपां फंडामेंटल ड्यूटीज़ नूं देख लैंदे आ। मतलब जो नागरिकां दे करतव्य ने जो मौलिक करतव्य ने उन्हां नूं की है देख लैंदे आ। करतव्य मौलिक नहीं है मौलिक करतव्य आएगा। ठीक है। की हुंदा है कि अधिकार अते कर्तव्य मतलब फंडामेंटल राइट और फंडामेंटल ड्यूटीज़ एक सिक्के के 2 पहलू ने। मतलब एक चीज़ हैड है तो दूजी चीज़ की है टेल है। एक चीज़ हैड है तो दूजी चीज़ की है टेल है। ये दोवें की है नाल नाल चलते हैं। इन्हां नूं अलग अलग नहीं किया जा सकता। जेकर तुहानूं ये अधिकार दिता गया है कि तुहानूं भाषण देने की सुतंत्रता है विचार प्रगट करने की सुतंत्रता है ये सिर्फ तुहानूं नहीं दिता गया। ठीक है। बाकी लोगों नूं भी ये अधिकार दिता गया। इहदा मतलब ये नहीं है कि तुसीं सिर्फ बोली जाओगे दूजे दी सुनोगे नहीं। इहदे नाल की होएगा दूजे का अधिकार जो है वो वोयलेट होएगा। ठीक है। इस तो इलावा तुहानूं जेकर शांतमई तरीके नाल इकट्ठे होने की आज़ादी दिती गई है तो दूजे लोग भी शांतमई तरीके नाल इकट्ठे होकर चर्चा कर सकते हैं। मतलब की है
ਜੇਕਰ ਇਹ ਤੁਹਾਡਾ ਕਰਤੱਵ ਹੈ ਤਾਂ ਜੇਕਰ ਇਹ ਤੁਹਾਡਾ ਅਧਿਕਾਰ ਹੈ ਤਾਂ ਦੂਜੇ ਦਾ ਵੀ ਅਧਿਕਾਰ ਹੈ। ਠੀਕ ਹੈ, ਇਸ ਤਰ੍ਹਾਂ ਕੀ ਹੈ, ਕਰਤੱਵ ਅਤੇ ਅਧਿਕਾਰ ਕੀ ਹੈ, ਨਾਲ ਨਾਲ ਚੱਲਦੇ ਆ, ਇਹਨਾਂ ਦੋਵਾਂ ਨੂੰ ਅਲੱਗ ਨਹੀਂ ਕੀਤਾ ਜਾ ਸਕਦਾ। ਠੀਕ ਹੈ, ਭਾਰਤ ਦੇ ਮੌਲਿਕ ਸੰਵਿਧਾਨ ਦੇ ਵਿੱਚ ਮੈਂ ਪਹਿਲਾਂ ਦੱਸ ਚੁੱਕਿਆ ਕਿ ਫੰਡਾਮੈਂਟਲ ਜੋ ਡਿਊਟੀਜ਼ ਨੇ ਉਹ ਨਹੀਂ ਸੀ, ਇਹਨਾਂ ਨੂੰ 1976 ਦੇ ਵਿੱਚ ਜੋੜਿਆ ਗਿਆ 42ਵੀਂ ਕੌਂਸਟੀਟਿਊਸ਼ਨਲ ਅਮੈਂਡਮੈਂਟ ਐਕਟ ਦੇ ਥਰੂ। ਠੀਕ ਹੈ, ਔਰ ਭਾਗ 4A ਦੇ ਵਿੱਚ ਇਹਨਾਂ ਨੂੰ ਜੋੜਿਆ ਗਿਆ ਸੀ। ਉਦੋਂ 10 ਸੀ, ਉਸ ਤੋਂ ਬਾਅਦ 11 ਹੋ ਗਏ। ਠੀਕ ਹੈ, ਇਹ ਕਿਹੜੇ ਕਿਹੜੇ ਨੇ ਇਹਨਾਂ ਨੂੰ ਯਾਦ ਰੱਖਣ ਦੀ ਵੈਸੇ ਲੋੜ ਨਹੀਂ ਹੈ, ਫਿਰ ਵੀ ਮੈਂ ਦੱਸ ਦਿੰਦਾ, ਬੋਲ ਦਿੰਦਾ। ਪਹਿਲਾ ਹੈ ਸੰਵਿਧਾਨ ਦੀ ਪਾਲਣਾ, ਇਸ ਦੇ ਆਦਰਸ਼ਾਂ, ਸੰਸਥਾਵਾਂ, ਰਾਸ਼ਟਰੀ ਝੰਡੇ ਅਤੇ ਰਾਸ਼ਟਰੀ ਗੀਤ ਦਾ ਸਨਮਾਨ ਕਰਨਾ, ਇਹ ਪਹਿਲਾ ਹੈ। ਦੂਸਰਾ ਕਿਹੜਾ ਹੈ, ਆਜ਼ਾਦੀ ਲਈ ਕੀਤੇ ਗਏ ਰਾਸ਼ਟਰੀ ਸੰਘਰਸ਼ ਨੂੰ ਉਤਸ਼ਾਹਿਤ ਕਰਨ ਵਾਲੇ ਜੋ ਆਦਰਸ਼ਾਂ ਦਾ ਸਨਮਾਨ ਕਰਨਾ, ਭਾਰਤ ਦੀ ਪ੍ਰਭੂਸੱਤਾ, ਏਕਤਾ ਅਤੇ ਅਖੰਡਤਾ ਦਾ ਸਮਰਥਨ ਕਰਨਾ, ਦੇਸ਼ ਦੀ ਰੱਖਿਆ ਅਤੇ ਲੋੜ ਪੈਣ 'ਤੇ ਰਾਸ਼ਟਰ ਦੀ ਸੇਵਾ ਕਰਨਾ, ਸਾਂਝੇ ਸੱਭਿਆਚਾਰ ਅਤੇ ਸ਼ਾਨਦਾਰ ਵਿਰਸੇ ਦਾ ਆਦਰ ਕਰਨਾ, ਇਸ ਨੂੰ ਕਾਇਮ ਰੱਖਣਾ। ਜੋ ਧਾਰਮਿਕ, ਭਾਸ਼ਾਈ, ਖੇਤਰੀ ਭਿੰਨਤਾ ਹੈ, ਇਸ ਨੂੰ ਉੱਪਰ ਉੱਠਦੇ ਹੋਏ ਦੇਸ਼ ਦੇ ਵਿੱਚ ਭਾਈਚਾਰੇ ਦੀ ਭਾਵਨਾ ਵਿਕਸਿਤ ਕਰਨਾ, ਔਰਤਾਂ ਦਾ ਸਨਮਾਨ ਕਰਨਾ, ਅਤੇ ਜੋ ਔਰਤਾਂ ਦਾ ਮਤਲਬ ਨਿਰਾਦਰੀ ਕਰਦੀਆਂ ਅਜਿਹੀਆਂ ਪ੍ਰਥਾਵਾਂ ਦਾ ਤਿਆਗ ਕਰਨਾ, ਜਿਵੇਂ ਸਤੀ ਪ੍ਰਥਾ ਨੂੰ ਤਿਆਗ ਦਿੱਤਾ ਸੀ, ਬਾਲ ਵਿਆਹ ਨੂੰ ਤਿਆਗ ਦਿੱਤਾ ਹੈ। ਠੀਕ ਹੈ, ਪਰਦਾ ਪ੍ਰਥਾ ਹੋ ਗਈ, ਇਹਨਾਂ ਨੂੰ ਤਿਆਗ ਦੇਣਾ। ਠੀਕ ਹੈ, ਜਨਤਕ ਸੰਪੱਤੀ ਦੀ ਰੱਖਿਆ ਕਰਨਾ ਅਤੇ ਹਿੰਸਾ ਨਾ ਕਰਨਾ, ਹਿੰਸਾ, ਅਹਿੰਸਾ ਨਹੀਂ, ਹਿੰਸਾ। ਠੀਕ ਹੈ, ਮਤਲਬ ਸਹਿਣਸ਼ੀਲਤਾ ਨਾਲ ਜੀਵਨ ਜਿਉਣਾ। ਠੀਕ ਹੈ, ਇਸ ਤੋਂ ਇਲਾਵਾ 11ਵਾਂ ਕਿਹੜਾ ਜੋੜਿਆ ਗਿਆ ਸੀ, ਇਸ ਦੇ ਉੱਪਰ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਲਾਸਟ ਵਾਲਾ ਮੂਲ ਕਰਤੱਵ ਜੋ ਹੈ ਉਹ ਕਿਹੜਾ ਜੋੜਿਆ ਗਿਆ ਸੀ। ਇਹ ਹੈ, ਜੇਕਰ ਮਾਤਾ ਪਿਤਾ ਜਾਂ ਸਰਪ੍ਰਸਤ ਹੈ ਤਾਂ 6 ਤੋਂ 14 ਸਾਲ ਦੇ ਬੱਚੇ ਨੂੰ ਉਸ ਨੂੰ ਸਿੱਖਿਆ ਦਿਵਾਉਣੀ ਜ਼ਰੂਰੀ ਹੈ। ਠੀਕ ਹੈ, ਇਹ ਕੀ ਹੈ, ਮੂਲ ਕਰਤੱਵ ਜੋ ਹੈ 11ਵਾਂ ਜੋੜਿਆ ਗਿਆ ਸੀ। ਠੀਕ ਹੈ, ਮੂਲ ਕਰਤੱਵ ਜੋ ਕੀ ਨੇ, ਜੋ ਫੰਡਾਮੈਂਟਲ ਡਿਊਟੀਜ਼ ਨੇ, ਇਹਨਾਂ ਨੂੰ ਨਿਆਂਪਾਲਿਕਾ ਲਾਗੂ ਨਹੀਂ ਕਰਵਾ ਸਕਦੀ। ਠੀਕ ਹੈ, ਕਿਉਂਕਿ ਇਹਨਾਂ ਪਿੱਛੇ ਕੋਈ ਕਾਨੂੰਨੀ ਸ਼ਕਤੀ ਨਹੀਂ ਹੈ, ਇਹ ਸਿਰਫ ਨੈਤਿਕ ਅਧਿਕਾਰ ਨੇ। ਜੇਕਰ ਇਹ ਕੋਈ ਨਿਯਮਾਂ ਦੀ ਪਾਲਣਾ ਨਹੀਂ ਵੀ ਕਰਦਾ ਤਾਂ ਇਸ ਨੂੰ ਅੱਗੇ ਲੈ ਕੇ ਸਰਕਾਰ ਕੀ ਹੈ, ਲੋਅ ਬਣਾ ਸਕਦੀ ਹੈ ਇਹਨਾਂ ਦੀ ਪਾਲਣਾ ਕਰਨ ਲਈ, ਲੇਕਿਨ ਇਹਨਾਂ ਨੂੰ ਨਿਆਂਪਾਲਿਕਾ ਕੀ ਹੈ, ਲਾਗੂ ਨਹੀਂ ਕਰਵਾ ਸਕਦੀ। ਠੀਕ ਹੈ, ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ DPSP ਦੀ, ਮਤਲਬ ਡਾਇਰੈਕਟਿਵ ਪ੍ਰਿੰਸੀਪਲ ਆਫ ਦੀ ਸਟੇਟ ਪਾਲਿਸੀ, ਰਾਜ ਦੇ ਨੀਤੀ ਨਿਰਦੇਸ਼ਕ ਤੱਤ, ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ ਕਹਿ ਲਈਏ, ਸਿਧਾਂਤ ਵਧੀਆ ਵਰਡ ਹੈ। ਠੀਕ ਹੈ, ਇਹ ਸੰਵਿਧਾਨ ਦੇ ਕਿਹੜੇ ਭਾਗ ਦੇ ਵਿੱਚ ਨੇ, ਭਾਗ 4 ਦੇ ਵਿੱਚ। ਆਰਟੀਕਲ ਕਿੱਥੋਂ ਤੱਕ ਲੈ ਕੇ, ਆਰਟੀਕਲ 36 ਤੋਂ 51 ਤੱਕ। ਠੀਕ ਹੈ, ਇਹਨਾਂ ਦੇ ਬਾਰੇ ਦੱਸਿਆ ਗਿਆ ਔਰ ਇਹਨਾਂ ਨੂੰ 3 ਭਾਗਾਂ ਦੇ ਵਿੱਚ ਵੰਡਿਆ ਗਿਆ। ਕਿਹੜੇ ਕਿਹੜੇ, ਸਮਾਜਵਾਦੀ, ਦੂਸਰਾ ਕਿਹੜਾ ਗਾਂਧੀਵਾਦੀ, ਔਰ ਤੀਸਰਾ ਕਿਹੜਾ ਉਦਾਰਵਾਦੀ। ਇਹ 3 ਭਾਗਾਂ ਦੇ ਵਿੱਚ ਵੰਡਿਆ ਗਿਆ। ਸਮਾਜਵਾਦੀ ਕੀ ਕਹਿੰਦਾ ਹੈ, ਸਮਾਜਵਾਦੀ ਕਹਿੰਦਾ ਹੈ ਕਿ ਰਾਜ ਅਜਿਹੇ ਸਮਾਜ ਦੀ ਸਥਾਪਨਾ ਕਰੇ ਜਿਸ ਦਾ ਉਦੇਸ਼ ਕੀ ਹੋਵੇ, ਜਨਤਾ ਦੀ ਭਲਾਈ ਕਰਨਾ। ਮਤਲਬ ਸਮਾਜਵਾਦ ਕੀ ਕਹਿੰਦਾ ਹੈ ਕਿ ਦੇਸ਼ ਦੇ ਵਿੱਚ ਲੋਕਾਂ ਦੇ ਵਿੱਚ ਸਮਾਜਿਕ, ਆਰਥਿਕ ਔਰ ਰਾਜਨੀਤੀ ਪੱਧਰ 'ਤੇ ਸਮਾਨਤਾ ਹੋਵੇ, ਸਭ ਨੂੰ ਨਿਆਂ ਮਿਲੇ। ਇਹ ਕੀ ਕਹਿੰਦਾ, ਸਮਾਜਵਾਦ ਕਹਿੰਦਾ। ਠੀਕ ਹੈ, ਦੇਸ਼ ਦੇ ਭੌਤਿਕ ਜੋ ਸਾਧਨ ਹੋਣਗੇ ਉਹਨਾਂ ਦੀ ਵੰਡ ਸਭ ਦੇ ਵਿੱਚ ਬਰਾਬਰ ਨਾਲ ਹੋਵੇ। ਠੀਕ ਹੈ, ਦੇਸ਼ ਦਾ ਆਰਥਿਕ ਢਾਂਚਾ ਇਹੋ ਜਿਹਾ ਹੋਵੇ ਕਿ ਸਭ ਦੇ ਕੋਲ ਹੀ ਜੋ ਹੈ ਸਨਮਾਨ ਜੀਵਨ ਜਿਉਣ ਦਾ ਅਧਿਕਾਰ ਹੋਵੇ, ਮਤਲਬ ਉਹਨਾਂ ਦੀਆਂ ਜੋ ਆਰਥਿਕ ਲੋੜਾਂ ਨੇ ਉਹ ਪੂਰੀਆਂ ਹੋ ਜਾਣ। ਇਸ ਤੋਂ ਇਲਾਵਾ ਸਮਾਜਵਾਦ ਕੀ ਕਹਿੰਦਾ ਹੈ ਕਿ ਔਰਤਾਂ ਅਤੇ ਪੁਰਸ਼ਾਂ ਨੂੰ ਇੱਕੋ ਕੰਮ ਦੇ ਲਈ ਇੱਕੋ ਜਿੰਨੀ ਹੀ ਤਨਖਾਹ ਮਿਲੇ। ਇਹ ਨਹੀਂ ਕਿ ਔਰਤਾਂ ਨੂੰ ਘੱਟ ਜੋ ਮਿਲੇ ਔਰ ਮਰਦਾਂ ਨੂੰ ਜ਼ਿਆਦਾ ਤਨਖਾਹ ਮਿਲੇ। ਇਸ ਤੋਂ ਇਲਾਵਾ 6 ਤੋਂ ਲੈ ਕੇ 14 ਸਾਲ ਦੇ ਬੱਚਿਆਂ ਨੂੰ ਮੁਫਤ ਸਿੱਖਿਆ ਦਿੱਤੀ ਜਾਵੇ, ਜੋ ਆਮਦਨ ਦੇ ਪੱਧਰ 'ਤੇ ਅਸਮਾਨਤਾਵਾਂ ਨੇ ਉਹਨਾਂ ਨੂੰ ਦੂਰ ਕੀਤਾ ਜਾਵੇ। ਠੀਕ ਹੈ, ਇਹ ਕੌਣ ਕਹਿੰਦਾ ਹੈ, ਸਮਾਜਵਾਦੀ ਕਹਿੰਦਾ। ਗਾਂਧੀਵਾਦੀ ਸਿਧਾਂਤ ਕੀ ਸੀ, ਗਾਂਧੀਵਾਦੀ ਕਹਿੰਦਾ ਸੀ ਕਿ ਪੰਚਾਇਤਾਂ ਦੀ ਸਥਾਪਨਾ ਕੀਤੀ ਜਾਵੇ, ਉਹ ਸਥਾਪਨਾ ਕੀਤੀ ਜਾ ਚੁੱਕੀ ਹੈ। ਠੀਕ ਹੈ, ਮਤਲਬ ਸ਼ਕਤੀਆਂ ਦੀ ਵੰਡ ਕੀਤੀ ਜਾਵੇ, ਵਿਕੇਂਦਰੀਕਰਨ ਕੀਤਾ ਜਾਵੇ, ਸ਼ਕਤੀਆਂ ਨੂੰ ਐਂਡ ਵਾਲੇ ਲੋਕਾਂ ਤੱਕ ਪਹੁੰਚਾਇਆ ਜਾਵੇ। ਇਹ ਕਹਿੰਦੇ ਆ ਗਾਂਧੀਵਾਦੀ ਸਿਧਾਂਤ। ਇਸ ਤੋਂ ਇਲਾਵਾ ਸਹਿਕਾਰੀ ਸਮਿਤੀਆਂ ਦੀ ਸਥਾਪਨਾ ਕੀਤੀ ਜਾਵੇ,
ਜੋ ਸਮਾਜ ਦਾ ਕਮਜ਼ੋਰ ਵਰਗ ਹੈ, ਜਿਵੇਂ ਅਨੁਸੂਚਿਤ ਜਾਤੀਆਂ ਨੇ, ਪਛੜੀਆਂ ਸ਼੍ਰੇਣੀਆਂ ਨੇ, ਕਬੀਲੇ ਨੇ, ਮਤਲਬ SC ST ਔਰ OBC ਨੇ, ਉਹਨਾਂ ਨੂੰ ਵਿਦਿਅਕ ਸਹੂਲਤਾਂ ਦਿੱਤੀਆਂ ਜਾਣ। ਠੀਕ ਹੈ, ਅਜਿਹੀਆਂ ਜਾਤੀਆਂ ਜੋ SC ਔਰ ST ਨੇ, ਇਹਨਾਂ ਨੂੰ ਸਮਾਜਿਕ ਨਿਆਂ ਦਿੱਤਾ ਜਾਵੇ। ਠੀਕ ਹੈ, ਰਾਜ ਕੀ ਹੈ, ਸ਼ਰਾਬ ਦੇ ਉੱਪਰ ਅਤੇ ਹੋਰ ਨਸ਼ੀਲੀਆਂ ਜੋ ਦਵਾਈਆਂ ਜੋ ਵਸਤੂਆਂ ਨੇ ਉਹਨਾਂ ਦੇ ਉੱਪਰ ਕੀ ਹੈ, ਰੋਕ ਲਗਾ ਦੇਵੇ। ਠੀਕ ਹੈ, ਇਹ ਕੀ ਹੈ, ਗਾਂਧੀਵਾਦੀ ਸਿਧਾਂਤ ਕਹਿੰਦੇ ਆ। ਤੀਜੀ ਟਾਈਪ ਕੀ ਹੈ, ਉਦਾਰਵਾਦੀ। ਉਦਾਰਵਾਦੀ ਕੀ ਕਹਿੰਦਾ ਹੈ, ਯੂਨੀਫਾਰਮ ਸਿਵਲ ਕੋਡ ਨੂੰ ਲਾਗੂ ਕੀਤਾ ਜਾਵੇ। ਠੀਕ ਹੈ, ਯੂਨੀਫਾਰਮ ਸਿਵਲ ਕੋਡ ਮਤਲਬ ਸਮਾਨ ਨਾਗਰਿਕ ਸੰਹਿਤਾ। ਠੀਕ ਹੈ, ਇਹ ਜੋ ਹੈ ਹੁਣ ਦੀ ਗਵਰਨਮੈਂਟ ਜੋ ਸੈਂਟਰ ਗਵਰਨਮੈਂਟ ਹੈ ਉਹਦਾ ਬੇਸਿਕ ਜੋ ਹੈ ਮੈਨੀਫੈਸਟੋ ਦੇ ਵਿੱਚ ਵੀ ਲਿਖਿਆ ਹੋਇਆ ਹੈ ਕਿ ਯੂਨੀਫਾਰਮ ਸਿਵਲ ਕੋਡ ਲਾਗੂ ਕੀਤਾ ਜਾਵੇ। ਮਤਲਬ ਇਹਨਾਂ ਮਤਲਬ ਕੀ ਹੈ ਕਿ ਇੱਕ ਦੇਸ਼ ਇੱਕ ਹੀ ਕਾਨੂੰਨ ਹੋਵੇ, ਅਲੱਗ-ਅਲੱਗ ਧਰਮਾਂ ਦੇ ਲਈ ਅਲੱਗ-ਅਲੱਗ ਕਾਨੂੰਨ ਨਾ ਹੋਣ। ਇਹ ਇੱਕ ਤਰ੍ਹਾਂ ਦੀ ਵਧੀਆ ਚੀਜ਼ ਹੈ, ਯੂਨੀਫਾਰਮ ਸਿਵਲ ਕੋਡ ਲਾਗੂ ਹੋ ਜੇ ਤਾਂ। ਹਾਲਾਂਕਿ ਇਸ ਨੂੰ ਲਾਗੂ ਕਰਨਾ ਇੰਨਾ ਈਜ਼ੀ ਨਹੀਂ ਹੈ। ਠੀਕ ਹੈ, ਬਾਕੀ ਦੇਖੋ ਗਵਰਨਮੈਂਟ ਕੀ ਕਰਦੀ ਹੈ। ਉਦਾਰਵਾਦੀ ਸਿਧਾਂਤ ਦੇ ਵਿੱਚ ਦੂਜਾ ਪੁਆਇੰਟ ਕੀ ਹੈ, ਨਿਆਂਪਾਲਿਕਾ ਅਤੇ ਕਾਰਜਪਾਲਿਕਾ ਦੀਆਂ ਜੋ ਕਾਰਵਾਈਆਂ ਨੇ ਉਹਨਾਂ ਨੂੰ ਅਲੱਗ-ਅਲੱਗ ਰੱਖਿਆ ਜਾਵੇ। ਠੀਕ ਹੈ, ਰਾਜ ਕੀ ਕਰੇ ਕਿ ਵਿਗਿਆਨਿਕ ਪੱਧਰ 'ਤੇ ਇੰਨੀ ਤਰੱਕੀ ਕਰੇ ਕਿ ਖੇਤੀਬਾੜੀ ਦੇ ਵਿੱਚ ਸੁਧਾਰ ਕੀਤਾ ਜਾਵੇ। ਠੀਕ ਹੈ, ਖੇਤੀਬਾੜੀ ਦਾ ਆਧੁਨਿਕਰਨ ਕੀਤਾ ਜਾਵੇ। ਇਸ ਤੋਂ ਇਲਾਵਾ ਜੋ ਪਸ਼ੂ ਪਾਲਣ ਹੈ ਅਤੇ ਪਸ਼ੂਆਂ ਦੀ ਜੋ ਨਸਲਾਂ ਨੇ ਉਹਨਾਂ ਦੇ ਵਿੱਚ ਕੀ ਹੈ, ਸੁਧਾਰ ਕੀਤਾ ਜਾਵੇ। ਠੀਕ ਹੈ, ਜੋ ਦੁਧਾਰੂ ਪਸ਼ੂ ਨੇ ਜਿਵੇਂ ਗਾਵਾਂ ਨੇ, ਮੱਝਾਂ ਨੇ, ਭੇਡਾਂ ਨੇ, ਇਹਨਾਂ ਦੀਆਂ ਕੀ ਹੈ, ਨਸਲਾਂ ਨੂੰ ਸੁਧਾਰਿਆ ਜਾਵੇ। ਠੀਕ ਹੈ, ਜੋ ਵਾਤਾਵਰਨ ਹੈ, ਜੋ ਇਨਵਾਇਰਮੈਂਟ ਹੈ ਉਹ ਇੰਨਾ ਜ਼ਿਆਦਾ ਖਰਾਬ ਹੋ ਰਿਹਾ ਹੈ, ਇਸ ਨੂੰ ਖਰਾਬ ਹੋਣ ਤੋਂ ਰੋਕਣ ਲਈ ਕੀ ਹੈ, ਯਤਨ ਕੀਤੇ ਜਾਣ। ਵਾਈਲਡ ਲਾਈਫ ਜੰਗਲੀ ਜੀਵਨ ਦੀ ਵੀ ਰੱਖਿਆ ਕੀਤੀ ਜਾਵੇ, ਕਿਉਂਕਿ ਜੇਕਰ ਜੰਗਲੀ ਜੀਵਨ ਨਹੀਂ ਬਚੇਗਾ ਤਾਂ ਉਸ ਦਾ ਇਫੈਕਟ ਕਿਸ 'ਤੇ ਪਏਗਾ, ਫੂਡ ਚੇਨ 'ਤੇ ਪਏਗਾ, ਫੂਡ ਚੇਨ 'ਤੇ ਪਏਗਾ। ਠੀਕ ਹੈ, ਇਸ ਨਾਲ ਕੀ ਹੋਏਗਾ, ਇੱਕ ਕਿਸਮ ਦੀ ਜਾਤੀ ਦੇ ਲੋਕ ਕੀ ਹੈ, ਪ੍ਰਾਣੀ ਕੀ ਹੈ, ਮਰਦੇ ਜਾਣਗੇ, ਦੂਸਰੀ ਕਿਸਮ ਦੇ ਜਾਤੀ ਦੇ ਲੋਕ ਕੀ ਹੈ, ਜ਼ਿਆਦਾ ਹੁੰਦੇ ਜਾਣਗੇ। ਠੀਕ ਹੈ, ਫੋਰ ਐਗਜ਼ਾਮਪਲ ਸੱਪ ਕੀ ਹੈ, ਮਰਦੇ ਜਾਣ। ਠੀਕ ਹੈ, ਸੱਪਾਂ ਨੂੰ ਕੀ ਹੈ, ਇਨਵਾਇਰਮੈਂਟ ਦੇ ਨਾਲ ਕੀ ਹੈ, ਇੰਨਾ ਜ਼ਿਆਦਾ ਇਫੈਕਟ ਹੋ ਜੇ ਕਿ ਸੱਪ ਘੱਟ ਗਿਣਤੀ ਦੇ ਵਿੱਚ ਰਹਿ ਜਾਣ, ਤਾਂ ਕੌਣ ਗਿਣਤੀ ਦੇ ਵਿੱਚ ਜ਼ਿਆਦਾ ਹੋ ਜਾਣਗੇ, ਚੂਹੇ। ਚੂਹੇ ਫਿਰ ਜ਼ਿਆਦਾ ਹੋਣਗੇ ਤਾਂ ਪਲੇਗ ਫੈਲੇਗਾ, ਪਲੇਗ ਫੈਲੇਗਾ ਤਾਂ ਮਨੁੱਖ ਕੀ ਹੈ, ਬਿਮਾਰ ਹੋਏਗਾ। ਸੋ ਕੀ ਹੈ, ਇਹ ਜ਼ਰੂਰੀ ਹੈ ਕਿ ਫੂਡ ਚੇਨ ਨੂੰ ਬਰਕਰਾਰ ਰੱਖਿਆ ਜਾਵੇ। ਠੀਕ ਹੈ, ਇਹ DPSP ਸੀ। ਸੋ ਹੁਣ ਆਪਾਂ ਗੱਲ ਕਰ ਲਈਏ ਕਿ ਮੌਲਿਕ ਅਧਿਕਾਰ ਅਤੇ ਰਾਜਨੀਤਿਕ ਨਿਰਦੇਸ਼ਾਂ ਦੇ ਵਿੱਚ ਕੀ ਡਿਫਰੈਂਸ ਹੈ। ਜੋ ਆਪਣੇ ਫੰਡਾਮੈਂਟਲ ਰਾਈਟ ਨੇ ਔਰ DPSP ਨੇ, ਇਹਨਾਂ ਦੇ ਵਿੱਚ ਡਿਫਰੈਂਸ ਕੀ ਹੈ। ਇਹ ਸੰਵਿਧਾਨ ਦੇ ਤੀਜੇ ਭਾਗ ਦੇ ਵਿੱਚ ਹੈ, ਇਹ ਸੰਵਿਧਾਨ ਦੇ ਚੌਥੇ ਭਾਗ ਦੇ ਵਿੱਚ ਹੈ। ਇਹ ਡਿਫਰੈਂਸ ਨਹੀਂ ਹੈ, ਇਹ ਬੇਸਿਕ ਗੱਲ ਹੈ, ਡਿਫਰੈਂਸ ਹੋਣ ਸ਼ੁਰੂ ਹੋਣਗੇ। ਠੀਕ ਹੈ, ਫਸਟ ਡਿਫਰੈਂਸ ਹੈ ਇਹ ਨਿਆਂਯੋਗ ਨੇ। ਨਿਆਂਯੋਗ ਨੇ, ਇਹ ਕੀ ਨੇ, ਨਹੀਂ ਗੇ ਨਿਆਂਯੋਗ। ਮਤਲਬ ਜੇਕਰ ਇਹਨਾਂ ਦਾ ਉਲੰਘਣ ਹੁੰਦਾ ਹੈ, ਫੰਡਾਮੈਂਟਲ ਰਾਈਟ ਦਾ ਉਲੰਘਣ ਹੁੰਦਾ ਹੈ, ਕੋਈ ਵਾਇਲੇਟ ਕਰਦਾ ਹੈ, ਤਾਂ ਆਪਾਂ ਕੀ ਹੈ, ਸੁਪਰੀਮ ਕੋਰਟ, ਹਾਈ ਕੋਰਟ ਦੇ ਵਿੱਚ ਜਾ ਕੇ ਅਪੀਲ ਕਰ ਸਕਦੇ ਹਾਂ। ਲੇਕਿਨ ਅਗਰ DPSP ਦਾ ਉਲੰਘਣ ਹੋ ਰਿਹਾ ਹੈ ਤਾਂ ਸੁਪਰੀਮ ਕੋਰਟ ਔਰ ਹਾਈ ਕੋਰਟ ਇਹਨਾਂ ਨੂੰ ਲਾਗੂ ਨਹੀਂ ਕਰਵਾ ਸਕਦਾ। ਠੀਕ ਹੈ, ਦੂਸਰਾ ਪੁਆਇੰਟ ਹੈ ਕੀ ਹੈ, ਜੋ ਕੁਝ ਮੌਲਿਕ ਅਧਿਕਾਰ ਜੋ ਨੇ ਉਹ DPSP ਤੋਂ ਘੱਟ ਮਤਲਬ ਜੋ ਹੈ ਸ੍ਰੇਸ਼ਟ ਨੇ। ਮਤਲਬ ਕੀ ਹੈ, ਇਹ ਜੋ ਫੰਡਾਮੈਂਟਲ ਰਾਈਟ ਨੇ ਇਹ ਵਿਅਕਤੀ ਦੀ ਹੋਂਦ ਦੇ ਉੱਪਰ ਡਿਪੈਂਡ ਨੇ। ਠੀਕ ਹੈ, ਵਿਅਕਤੀ ਦੀ ਹੋਂਦ ਦੇ ਉੱਪਰ ਕੀ ਹੈ, ਡਿਪੈਂਡ ਨੇ। ਮਤਲਬ ਕਿਸੇ ਇੱਕ ਬੰਦੇ ਦੇ ਵੀ ਵੋਇਲੇਟ ਹੋ ਰਿਹਾ ਤਾਂ ਉਹ ਕੀ ਕਰੇਗਾ, ਹੰਗਾਮਾ ਕਰੇਗਾ ਕਿ ਮੇਰੇ ਵੋਇਲੇਟ ਹੋ ਰਹੇ ਆ ਫੰਡਾਮੈਂਟਲ ਰਾਈਟ। ਲੇਕਿਨ DPSP ਕਿਹਨੂੰ ਲੈ ਕੇ ਨੇ, ਇਹ ਪੂਰੇ ਸਮਾਜ ਨੂੰ ਲੈ ਕੇ ਨੇ। ਠੀਕ ਹੈ, ਜੇਕਰ DPSP ਦੇ ਉੱਪਰ ਕੋਈ ਲੋਅ ਬਣਦਾ ਹੈ ਤਾਂ ਪੂਰੇ ਸਮਾਜ ਲਈ ਬਣਦਾ ਹੈ। ਫੰਡਾਮੈਂਟਲ ਰਾਈਟ ਬਣਦਾ ਹੈ ਸਮਾਜ ਲਈ ਤਾਂ ਬਣੇਗਾ, ਵਿਅਕਤੀ ਲਈ ਵੀ ਬਣੇਗਾ। ਠੀਕ ਹੈ, ਇਹ ਕੀ ਹੈ, ਇਹਨਾਂ ਦੇ ਵਿੱਚ ਬੇਸਿਕ ਡਿਫਰੈਂਸ ਹੈ। ਮੌਲਿਕ ਅਧਿਕਾਰਾਂ ਦਾ ਮੇਨ ਜੋ ਮੰਤਵ ਹੈ ਉਹ ਕੀ ਹੈ, ਰਾਜਨੀਤਿਕ ਲੋਕਤੰਤਰ ਦੀ ਸਥਾਪਨਾ ਕਰਨਾ, ਰਾਜਨੀਤਿਕ ਲੋਕਤੰਤਰ ਦੀ ਸਥਾਪਨਾ ਕਰਨਾ। ਔਰ DPSP ਦਾ ਕੀ ਮੰਤਵ ਹੈ, ਇਹਦਾ ਕੀ ਮੰਤਵ ਹੈ, ਸਮਾਜਿਕ ਅਤੇ ਆਰਥਿਕ ਲੋਕਤੰਤਰ ਦੀ ਸਥਾਪਨਾ ਕਰਨਾ।
ਸਮਾਜ ਦੇ ਵਿੱਚ ਕੀ ਹੈ, ਸਮਾਜਿਕ ਸਮਾਨਤਾ ਹੋਵੇ, ਆਰਥਿਕ ਸਮਾਨਤਾ ਹੋਵੇ, ਇਸ ਨੂੰ ਲਾਗੂ ਕਰਨਾ। ਇਹ ਜੋ ਹੈ ਇਹਨਾਂ ਦੇ ਵਿੱਚ ਡਿਫਰੈਂਸ ਹੈ। ਹੋਪ ਕਿ ਇਹ ਚੈਪਟਰ ਤੁਹਾਨੂੰ ਸਮਝ ਆਇਆ ਹੋਵੇਗਾ। ਸੋ ਮਿਲਾਂਗੇ ਨੈਕਸਟ ਚੈਪਟਰ ਦੇ ਨੂੰ ਲੈ ਕੇ। ਅਗਲਾ ਚੈਪਟਰ ਹੈ ਕੇਂਦਰੀ ਸਰਕਾਰ। ਸੋ ਉਸ ਨੂੰ ਆਪਾਂ ਚਰਚਾ ਕਰਾਂਗੇ ਨੈਕਸਟ ਵੀਡੀਓ ਦੇ ਵਿੱਚ।